ਹਾਂਜੀ ਦੋਸਤੋ, ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਸਾਡੇ ਇਸ YouTube ਪਲੇਟਫਾਰਮ ਦੇ ਉੱਪਰ। ਤਾਂ ਦੋਸਤੋ, ਆਪਾਂ ਇੱਕ ਸੀਰੀਜ਼ ਲੈ ਕੇ ਹਾਜ਼ਰ ਹੋਏ ਸੀਗੇ ਓਲੰਪਿਕ ਗੇਮਸ ਦੇ ਨਾਲ ਰਿਲੇਟਡ। ਤਾਂ ਪਹਿਲਾਂ ਆਪਾਂ ਨੇ ਪੜ੍ਹਿਆ ਸੀਗਾ ਕਿ ਓਲੰਪਿਕ ਗੇਮਸ ਦੇ ਵਿੱਚ ਕਿਹੜੀਆਂ-ਕਿਹੜੀਆਂ ਗੇਮਸ ਨੇ ਜਿਹੜੀਆਂ ਕੰਸੀਡਰ ਕਰਦੇ ਹਾਂ। ਫੋਰ ਐਗਜ਼ਾਮਪਲ ਏਂਸ਼ੀਅੰਟ ਓਲੰਪਿਕ ਗੇਮਸ ਹੈਗੀਆਂ ਨੇ, ਮਾਡਰਨ ਓਲੰਪਿਕ ਗੇਮਸ ਹੈਗੀਆਂ ਨੇ, ਅਤੇ ਅੱਗੇ ਮਾਡਰਨ ਓਲੰਪਿਕ ਗੇਮਸ ਦੇ ਵਿੱਚੋਂ ਹੀ ਆਈਡੀਆ ਨਿਕਲਦਾ ਜਿਹੜਾ ਉਹ ਵਿੰਟਰ ਓਲੰਪਿਕਸ ਦਾ ਨਿਕਲਦਾ, ਪੈਰਾ ਓਲੰਪਿਕਸ ਦਾ ਨਿਕਲਦਾ, ਅਤੇ ਕੁਛ ਸਪੈਸ਼ਲ ਓਲੰਪਿਕਸ ਦੇ ਇਵੈਂਟ ਨੇ ਜਿਹੜੇ ਉਹ ਕਰਵਾਏ ਜਾਂਦੇ ਨੇ। ਤਾਂ ਬੇਸਿਕਲੀ ਆਪਾਂ ਨੇ ਏਂਸ਼ੀਅੰਟ ਓਲੰਪਿਕਸ ਹੈ ਜਿਹੜਾ ਉਹ ਕਵਰ ਕਰ ਲਿਆ ਸੀ। ਅੱਜ ਅਸੀਂ ਕਰਾਂਗੇ ਜੀ ਮਾਡਰਨ ਓਲੰਪਿਕ ਗੇਮਸ। ਕੋਸ਼ਿਸ਼ ਕਰਾਂਗੇ, ਟੌਪਿਕ ਵੱਡਾ, ਜਲਦੀ ਖ਼ਤਮ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਬਿਨਾਂ ਇਸ ਤੋਂ ਬਾਅਦ ਅਸੀਂ ਵਿੰਟਰ ਓਲੰਪਿਕਸ 'ਤੇ ਇੱਕ ਛੋਟੀ ਵੀਡੀਓ ਲੈ ਕੇ ਆਵਾਂਗੇ, ਅਤੇ ਨਾਲ ਹੀ ਫਿਰ ਪੈਰਾ ਓਲੰਪਿਕਸ ਦੇ ਉੱਪਰ ਇੱਕ ਵੀਡੀਓ ਲੈ ਕੇ ਆਵਾਂਗੇ। ਤਾਂ ਦੋਸਤੋ, ਸ਼ੁਰੂ ਕਰਦੇ ਹਾਂ ਅੱਜ ਦਾ ਲੈਕਚਰ। ਤਾਂ ਆਪਾਂ ਨੇ ਸਾਰਿਆਂ ਨੇ ਪੜ੍ਹਿਆ ਹੀ ਆ ਕਿ ਜੋ ਮਾਡਰਨ ਓਲੰਪਿਕਸ ਨੇ ਜਿਹੜੀਆਂ ਕਿ 1896 ਦੇ ਵਿੱਚ ਸਟਾਰਟ ਹੋਈਆਂ ਏਥਨਸ ਦੇ ਵਿੱਚ। ਏਥਨਸ ਜਿਹੜਾ ਕਿ ਇੱਕ ਪਾਰਟ ਹੈਗਾ ਗਰੀਸ ਦਾ, ਯੂਨਾਨ ਦਾ, ਜਿੱਥੋਂ ਕਿ ਪੁਰਾਣੀਆਂ ਓਲੰਪਿਕ ਖੇਡਾਂ ਸਟਾਰਟ ਹੋਈਆਂ ਸੀ 776 BC ਦੇ ਵਿੱਚ। ਤਾਂ ਦੋਸਤੋ, ਇਹਨਾਂ ਖੇਡਾਂ ਦੇ ਪਿੱਛੇ ਬੜੀ ਘਾਲਣਾ ਘਾਲੀ ਸੀ ਬਹੁਤ ਸਾਰੇ ਬੰਦਿਆਂ ਨੇ, ਅਤੇ ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਬੜਾ ਇੰਪੋਰਟੈਂਟ ਬੰਦਾ ਸੀ ਬੈਰਨ ਪੀਰੇ ਡੀ ਕੁਬਰਟਿਨ, ਜਿਨ੍ਹਾਂ ਨੂੰ ਫਾਦਰ ਆਫ ਮਾਡਰਨ ਓਲੰਪਿਕਸ ਕਿਹਾ ਜਾਂਦਾ। ਤਾਂ ਇਹਨਾਂ ਨੇ ਲਗਾਤਾਰ ਬਹੁਤ ਜ਼ਿਆਦਾ ਸੰਘਰਸ਼ ਕੀਤਾ। ਇਹ ਹਿਸਟੋਰੀਅਨ ਵੀ ਸੀਗੇ ਹੈ ਨਾ, ਅਤੇ ਐਨਰਜੈਟਿਕ ਬੜੇ ਸੀਗੇ। ਤਾਂ ਇਹਨਾਂ ਦਾ ਇੱਕ ਜ਼ਿੰਦਗੀ ਦਾ ਏਮ ਸੀਗਾ ਕਿ ਅਸੀਂ ਨੇ ਜਿਹੜੀਆਂ ਪੁਰਾਣੀਆਂ ਓਲੰਪਿਕ ਸੀ ਉਹਨਾਂ ਨੂੰ ਦੁਬਾਰਾ ਰਿਵਾਈਵ ਕਰਨਾ, ਅਤੇ ਲਗਾਤਾਰ ਕੋਸ਼ਿਸ਼ ਕਰਦੇ ਰਹੇ। ਅਤੇ ਅੰਤ ਫਿਰ 1894 ਦੇ ਵਿੱਚ 23 ਜੂਨ 1894 ਨੂੰ ਇੱਕ ਮੀਟਿੰਗ ਹੁੰਦੀ ਹੈ, ਇੱਕ ਕਾਂਗਰਸ ਬੁਲਾਈ ਜਾਂਦੀ ਹੈ, ਸੋਰਬੋਨ ਕਾਂਗਰਸ ਕਿਹਾ ਜਾਂਦਾ ਜਿਹਨੂੰ। ਤਾਂ ਇਹ ਪੈਰਿਸ ਦੇ ਵਿੱਚ ਹੋਈ ਸੀ ਜੀ। ਤਾਂ ਇਸ ਪੈਰਿਸ ਦੀ ਕਾਨਫਰੰਸ ਦੇ ਵਿੱਚ ਫਿਰ ਇਹ ਜਿਹੜਾ ਮਤਾ ਸੀਗਾ ਪਾਇਆ ਗਿਆ, IOC ਸੀ ਜਿਹੜੀ ਉਹ ਫੋਰਮ ਕੀਤੀ ਗਈ। ਅਤੇ 1894 23 ਜੂਨ ਉਸ ਦਿਨ IOC ਇੰਟਰਨੈਸ਼ਨਲ ਓਲੰਪਿਕ ਕਮੇਟੀ ਹੈ ਜਿਹੜੀ, ਉਹਦੀ ਫੋਰਮੇਸ਼ਨ ਹੁੰਦੀ ਹੈ। ਅਤੇ ਕਦੋਂ ਹੁੰਦੀ ਹੈ ਜੀ ਇਹ? ਸੋਰਬਨ ਕਾਂਗਰਸ ਹੁੰਦੀ ਹੈ ਜਿਹੜੀ ਪੈਰਿਸ ਦੇ ਵਿੱਚ, ਫਰਾਂਸ ਦੇ ਵਿੱਚ ਕੰਡਕਟ ਕੀਤੀ ਗਈ ਸੀ ਇੱਕ ਬੈਠਕ। ਉਸ ਦੇ ਵਿੱਚ ਇਹ ਆਈਡੀਆ ਫਿਰ ਫਾਈਨਲ ਕਰਦੇ ਨੇ। IOC ਜਿਹਨੂੰ ਅਸੀਂ ਇੰਟਰਨੈਸ਼ਨਲ ਓਲੰਪਿਕ ਕਮੇਟੀ ਕਹਿੰਦੇ ਹਾਂ ਜੀ, ਜਿਹੜੇ ਸਾਰਾ ਦੇਖ ਰੇਖ ਦਾ ਕਾਰਜ ਕਰਦੀ ਹੈ ਜਿੱਥੇ ਕਿਤੇ ਵੀ ਓਲੰਪਿਕਸ ਹੋ ਰਹੀਆਂ ਹੁੰਦੀਆਂ ਨੇ। ਤਾਂ ਉਹਦਾ ਜਿਹੜਾ ਹੈੱਡਕੁਆਟਰ ਹੈ ਉਹ ਸਵਿਟਜ਼ਰਲੈਂਡ ਦੇ ਵਿੱਚ ਹੈ। ਬੇਸਿਕਲੀ ਇੱਕ ਸ਼ਹਿਰ ਹੈ ਲੋਸੇਨ। ਤਾਂ ਉਸ ਸ਼ਹਿਰ ਦੇ ਵਿੱਚ ਇਹਦੇ ਹੈੱਡਕੁਆਟਰ ਨੇ, ਜਿਹਨੂੰ ਓਲੰਪਿਕ ਹਾਊਸ ਵੀ ਕਹਿ ਦਿੱਤਾ ਜਾਂਦਾ। ਤਾਂ ਪਹਿਲੀਆਂ ਮਾਡਰਨ ਓਲੰਪਿਕ ਗੇਮ ਸੀ ਜਿਹੜੀਆਂ ਉਹ 1894 23 ਜੂਨ ਨੂੰ ਬੈਠਕ ਹੋਈ ਸੀ, ਜਿਹੜੀ ਉਹਦੇ ਵਿੱਚ ਮਤਾ ਪਾਇਆ ਗਿਆ ਕਿ ਪਹਿਲੀਆਂ ਮਾਡਰਨ ਓਲੰਪਿਕਸ ਨੇ ਜਿਹੜੀਆਂ ਉਹ 1896 ਦੇ ਵਿੱਚ ਕਰਵਾਈਆਂ ਜਾਣਗੀਆਂ, ਅਤੇ ਕਰਵਾਈਆਂ ਵੀ ਉੱਥੇ ਹੀ ਜਾਣਗੀਆਂ ਜਿੱਥੋਂ ਪੁਰਾਣੀਆਂ ਓਲੰਪਿਕ ਸ਼ੁਰੂ ਹੋਈਆਂ ਸੀ, ਏਥਨਸ ਗਰੀਸ ਦਾ, ਜੋ ਕਿ ਇੱਕ ਸ਼ਹਿਰ ਹੈ। ਤਾਂ 1896 ਦੇ ਵਿੱਚ ਇਕੱਲੇ ਮੁੰਡੇ ਭਾਗ ਲੈਂਦੇ ਨੇ ਇਸ ਦੇ ਵਿੱਚ। ਟੋਟਲ 14 ਨੇਸ਼ਨ ਨੇ ਜਿਹੜੇ ਪਾਰਟੀਸਪੇਟ ਕਰਦੇ ਨੇ। ਕੁਛ ਇਵੈਂਟਸ ਦੇ ਨਾਮ ਦਿੱਤੇ ਨੇ, ਜਿਵੇਂ ਐਥਲੈਟਿਕ, ਸਾਈਕਲਿੰਗ, ਸਵਿਮਿੰਗ, ਜਿਮਨਾਸਟਿਕ ਅਤੇ ਰੈਸਲਿੰਗ। ਕੁਛ ਇਵੈਂਟਸ ਨੇ ਜਿਹੜੇ ਕੰਡਕਟ ਕੀਤੇ ਜਾਂਦੇ ਨੇ। ਉਸ ਤੋਂ ਅੱਗੇ ਜੀ ਜਿਹੜੀਆਂ ਸੈਕਿੰਡ ਓਲੰਪਿਕਸ ਸੀ ਉਹ ਪੈਰਿਸ ਦੇ ਵਿੱਚ ਹੁੰਦੀਆਂ ਨੇ, ਫਰਾਂਸ ਦੇ ਵਿੱਚ। ਤਾਂ ਬੇਸਿਕਲੀ ਜਿਹੜਾ ਕੁਬਰਟਿਨ ਸੀ ਉਹ ਫਰਾਂਸ ਦੇ ਸੀਗੇ। ਤਾਂ 1900 ਦੇ ਵਿੱਚ ਉੱਥੇ ਪੈਰਿਸ ਦੇ ਵਿੱਚ ਹੁੰਦੀਆਂ ਨੇ। 24 ਸਪੋਰਟਸ ਨੇ ਜਿਹੜੀਆਂ ਉਹ ਕੰਡਕਟ ਕੀਤੀਆਂ ਜਾਂਦੀਆਂ ਨੇ। ਅਤੇ ਇੱਕ ਯਾਦ ਰੱਖਣ ਵਾਲੀ ਜਿਹੜੀ ਚੀਜ਼ ਹੈ ਜੀ ਉਹ ਹੈਗੀ ਹੈ ਕਿ ਇਹਦੇ ਵਿੱਚ ਪਹਿਲੀ ਵਾਰ ਔਰਤਾਂ ਨੇ ਭਾਗ ਲਿਆ ਸੀ ਟੈਨਿਸ ਅਤੇ ਗੋਲਫ ਦੇ ਵਿੱਚ। ਜਿਹੜੀਆਂ 1896 ਦੇ ਵਿੱਚ ਹੋਈਆਂ ਸੀ ਉਹਨਾਂ ਦੇ ਵਿੱਚ ਸਿਰਫ ਮੁੰਡਿਆਂ ਨੇ ਭਾਗ ਲਿਆ ਸੀ। ਅਤੇ ਪਹਿਲੀ ਵਾਰ ਜਿਹੜਾ ਕੁੜੀਆਂ ਦੀ ਪਾਰਟੀਸਪੇਸ਼ਨ ਹੋਈ ਹੈ ਓਲੰਪਿਕਸ ਦੇ ਵਿੱਚ ਉਹ ਹੋਈ ਹੈ ਜੀ 1900 ਪੈਰਿਸ ਓਲੰਪਿਕਸ ਦੇ ਵਿੱਚ। ਅੱਗੇ ਗੱਲ ਕਰ ਲਈਏ ਜੀ, ਜੇਕਰ ਤੁਸੀਂ ਫਲੈਗ ਦੇਖਿਆ ਹੋਵੇ, ਜਿਹੜਾ ਫਲੈਗ ਹੈ ਉਹ ਵੀ ਬੈਰਨ ਡੀ ਕੁਬਰਟਨ ਨੇ ਡਿਜ਼ਾਈਨ ਕੀਤਾ ਸੀ। ਤਾਂ ਉਹਦੇ ਪਿੱਛੇ ਇੱਕ ਵਾਈਟ ਬੈਕਗਰਾਊਂਡ ਆ, ਜਿਹੜਾ ਵਾਈਟ ਦਾ ਓਲੰਪਿਕ ਫਲੈਗ ਦਾ, ਉਹਦੇ ਪਿੱਛੇ ਵਾਈਟ ਕਲਰ ਦਾ ਇੱਕ ਤੁਸੀਂ ਬੈਕਗਰਾਊਂਡ ਦੇਖ ਸਕਦੇ ਹੋ। ਅਤੇ ਉਹਦੇ ਉੱਪਰ 5 ਰਿੰਗ ਨੇ ਜਿਹੜੇ ਉਹ ਬਣੇ ਹੋਏ ਨੇ ਜੀ, W ਦੀ ਸ਼ੇਪ ਦੇ ਵਿੱਚ ਨੇ, ਖੱਬੇ ਤੋਂ ਸੱਜੇ। 3 ਰਿੰਗ ਉੱਪਰ ਹੁੰਦੇ ਨੇ, 2 ਰਿੰਗ ਨੀਚੇ ਨੇ, ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਏਗਾ। ਤਾਂ ਬੇਸਿਕਲੀ ਜਿਹੜੇ ਇਹ 5 ਰਿੰਗ ਨੇ ਇਹ 5 ਕੌਂਟੀਨੈਂਟਸ ਨੂੰ ਰੀਪ੍ਰਜੈਂਟ ਕਰਦੇ ਨੇ।
ਬੇਸਿਕਲੀ ਜੇ ਤੁਸੀਂ SST ਪੜ੍ਹੀ ਹੋਵੇ ਤਾਂ ਸਾਡੇ ਕੌਂਟੀਨੈਂਟ ਨੇ ਜਿਹੜੇ ਉਹ 7 ਕੌਂਟੀਨੈਂਟ ਨੇ। ਨਾਰਥ ਅਮਰੀਕਾ ਹੈਗਾ, ਸਾਊਥ ਅਮਰੀਕਾ ਹੈਗਾ, ਯੂਰਪ ਹੈਗਾ, ਅਫਰੀਕਾ ਹੈਗਾ, ਏਸ਼ੀਆ ਹੈਗਾ, ਆਸਟ੍ਰੇਲੀਆ ਜਿਹਨੂੰ ਓਸ਼ਨੀਆ ਵੀ ਕਹਿ ਦਿੰਦੇ ਆ ਉਹ ਹੈਗਾ, ਅਤੇ ਅੰਟਾਰਕਟਿਕਾ। ਬੇਸਿਕਲੀ 7 ਜਿਹੜੇ ਸਾਡੇ ਕੋਲ ਕੌਂਟੀਨੈਂਟਸ ਹੈਗੇ ਨੇ। ਪਰ ਇਹਦੇ ਵਿੱਚ 5 ਲਏ ਗਏ ਨੇ ਕਿਉਂਕਿ ਨਾਰਥ ਅਮਰੀਕਾ ਅਤੇ ਸਾਊਥ ਅਮਰੀਕਾ ਉਹਨਾਂ ਦੋਨਾਂ ਨੂੰ ਇੱਕੋ ਅਮਰੀਕਾ ਕੌਂਟੀਨੈਂਟ ਕੰਸੀਡਰ ਕੀਤਾ ਗਿਆ। ਅਤੇ ਜਿਹੜਾ ਅੰਟਾਰਕਟਿਕਾ ਸੀ ਕਿਉਂਕਿ ਉੱਥੇ ਕੋਈ ਵੀ ਹਿਊਮਨ ਬੀਇੰਗਸ ਨਹੀਂ ਰਹਿੰਦੇ ਅਤੇ ਉੱਥੋਂ ਕੋਈ ਕੰਪੀਟੀਸ਼ਨ ਦੇ ਲਈ ਨਹੀਂ ਆਉਂਦਾ, ਤਾਂ ਉਹਨੂੰ ਵੀ ਐਕਸਕਲੂਡ ਕੀਤਾ ਗਿਆ। ਤਾਂ ਕਰਕੇ 5 ਕੌਂਟੀਨੈਂਟਸ ਨੇ ਜਿਹੜੇ ਉਹਨਾਂ ਦੇ ਰਿੰਗ ਆਪਸ ਦੇ ਵਿੱਚ ਜੋੜ ਕੇ ਇੱਕ ਯੂਨਿਟੀ ਦਾ ਸਿੰਬਲ ਸੀਗਾ ਜਿਹੜਾ ਉਹ ਤਿਆਰ ਕੀਤਾ ਗਿਆ 1913 ਦੇ ਵਿੱਚ। ਤਾਂ ਇਹ 1916 ਦੀ ਓਲੰਪਿਕ ਦੇ ਵਿੱਚ ਝੰਡਾ ਸੀ ਜਿਹੜਾ ਲਹਿਰਾਇਆ ਜਾਣਾ ਸੀ, ਪਰ 1916 ਦੀ ਓਲੰਪਿਕਸ ਵਰਲਡ ਵਾਰ ਪਹਿਲੀ ਸੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਸੀ, ਤਾਂ ਉਹਦੇ ਕਾਰਨ ਨਹੀਂ ਲਹਿਰਾਇਆ ਜਾ ਸਕਿਆ, ਜਿਹਦੇ ਕਰਕੇ ਫਿਰ ਬਾਅਦ ਦੇ ਵਿੱਚ 1920 ਦੀਆਂ ਐਂਟਵਰਪ ਓਲੰਪਿਕ ਦੇ ਵਿੱਚ ਲਹਿਰਾਇਆ ਗਿਆ। ਤਾਂ ਜਦੋਂ ਦੇਖੋ ਓਲੰਪਿਕ ਟਰੂਸ ਦੀ ਅਸੀਂ ਨੇ ਗੱਲ ਕੀਤੀ ਸੀ, ਜਿਹੜੀਆਂ ਪੁਰਾਣੀ ਓਲੰਪਿਕ ਗੇਮਸ ਸੀ ਉਹਨਾਂ ਦੇ ਵਿੱਚ ਜਦੋਂ ਗੇਮਸ ਆਉਂਦੀਆਂ ਸੀ ਤਾਂ ਸਾਰੀਆਂ ਲੜਾਈਆਂ ਸੀ ਜਿਹੜੀਆਂ ਉਹ ਛੱਡ ਦਿੱਤੀਆਂ ਜਾਂਦੀਆਂ ਸੀ। ਪਰ ਇੱਥੇ ਸਾਡੇ ਨਾਲ 3 ਵਾਰ ਹੋਇਆ ਕਿ 1916, 1940 ਅਤੇ 1944 3 ਓਲੰਪਿਕਸ ਸਾਨੂੰ ਕੈਂਸਲ ਕਰਨੀਆਂ ਪਈਆਂ ਡਿਊ ਟੂ ਵਰਲਡ ਵਾਰ ਫਸਟ ਐਂਡ ਵਰਲਡ ਵਾਰ ਸੈਕਿੰਡ। ਤਾਂ 1916 ਦੀਆਂ ਜਿਹੜੀਆਂ ਬਰਲਿਨ 'ਚ ਹੋਣੀਆਂ ਸੀ, 1940 ਦੀਆਂ ਟੋਕੀਓ 'ਚ ਹੋਣੀਆਂ ਸੀ, 1944 ਦੀਆਂ ਲੰਡਨ ਦੇ ਵਿੱਚ ਹੋਣੀਆਂ ਸੀ, ਤਾਂ ਇਹ ਓਲੰਪਿਕਸ ਸੀ ਸਾਨੂੰ ਕੈਂਸਲ ਕਰਨੀਆਂ ਪਈਆਂ। ਇਸੇ ਤਰੀਕੇ ਦੇ ਨਾਲ ਦੇਖੋ 1940 ਵਾਲੀਆਂ ਹੁਣ ਕਰੋਨਾ ਜਿਹੜਾ ਆਇਆ ਸੀ ਉਹਨੂੰ ਜਿਹੜੀਆਂ 2020 ਦੇ ਵਿੱਚ ਹੋਣੀਆਂ ਸੀ ਉਹ ਵੀ ਸਾਨੂੰ ਹੋ ਸਕਦਾ ਸੀ ਕੈਂਸਲ ਕਰਨੀਆਂ ਪੈ ਜਾਣ, ਪਰ ਪਹਿਲੀਆਂ ਗੇਮ ਸੀ ਜਿਹੜੀਆਂ ਕੈਂਸਲ ਨਹੀਂ ਕੀਤੀਆਂ ਗਈਆਂ, ਪੋਸਟਪੋਨ ਕਰਕੇ 2021 'ਚ ਕਰਵਾ ਲਈਆਂ ਗਈਆਂ। ਅੱਗੇ ਗੱਲ ਕਰਦੇ ਹਾਂ ਜੀ, ਬਹੁਤ ਸਾਰੀਆਂ ਜਿਹੜੀਆਂ ਓਲੰਪਿਕਸ ਨੇ ਇਹਨਾਂ ਦਾ ਬਾਈਕਾਟ ਵੀ ਕੀਤਾ ਗਿਆ ਡਿਊ ਟੂ ਸਮ ਪੋਲੀਟੀਕਲ ਰੀਜਨਸ। ਅਪਰੋਕਸੀਮੇਟਲੀ ਇਹ 1976 ਤੋਂ ਸ਼ੁਰੂ ਹੋ ਗਿਆ ਸੀ। ਜਦੋਂ ਅਸੀਂ ਅੱਗੇ ਪੜ੍ਹਾਂਗੇ 1800 ਇਹ ਲਾ ਲਓ ਕਿ ਰੇਸਿਜ਼ਮ ਬਹੁਤ ਸੀਗਾ। 1968 ਮੈਕਸੀਕੋ ਓਲੰਪਿਕਸ ਤੋਂ ਇਹ ਥੋੜ੍ਹੀ ਕੜੀ ਸ਼ੁਰੂ ਹੁੰਦੀ ਹੈ। 1972 ਦੇ ਵਿੱਚ ਫਲਸਤੀਨ ਅਤੇ ਇਜ਼ਰਾਈਲ ਵਾਲਿਆਂ ਦੀ ਲੜਾਈ ਹੁੰਦੀ ਹੈ, ਤਾਂ ਜਿਹੜੇ ਫਲਸਤੀਨ ਵਾਲੇ ਨੇ ਉਹ ਇਜ਼ਰਾਈਲ ਦੇ ਬੰਦਿਆਂ ਨੂੰ ਮਾਰਦੇ ਨੇ, ਹੈ ਨਾ। ਇੱਕ ਫੁੱਟਬਾਲ ਦੀ ਟੀਮ ਹੈ ਜਿਹੜੀ ਉਹ ਕਤਲ ਕਰ ਦਿੱਤੀ ਜਾਂਦੀ ਆ। ਤਾਂ ਹੌਲੀ ਹੌਲੀ ਐਵੇਂ ਪੋਲੀਟੀਕਲ ਟੈਨਸ਼ਨਸ ਨੇ ਜਿਹੜੀਆਂ ਇਨਕਰੀਜ਼ ਹੁੰਦੀਆਂ ਰਹਿੰਦੀਆਂ ਨੇ, ਅਤੇ ਹੌਲੀ ਹੌਲੀ ਬਹੁਤ ਸਾਰੇ ਦੇਸ਼ ਨੇ ਜਿਹੜੇ ਉਹ ਬਾਈਕਾਟ ਕਰਨਾ ਸ਼ੁਰੂ ਕਰ ਦਿੰਦੇ ਨੇ। ਤਾਂ 1976 ਹੋ ਗਿਆ, 80 ਹੋ ਗਿਆ, 84 ਹੋ ਗਿਆ, ਤਾਂ ਉਦੋਂ ਤੱਕ ਬਾਈਕਾਟ ਹੈ ਜਿਹੜਾ ਕੁਛ ਕੰਟਰੀਜ਼ ਦੇ ਦੁਆਰਾ ਲਗਾਤਾਰ ਚੱਲਦਾ ਰਹਿੰਦਾ। ਅੱਗੇ ਅਸੀਂ ਗੱਲ ਕਰ ਲਈਏ ਜੀ IOC ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਬਾਰੇ। ਤਾਂ IOC ਇੱਕ ਇੰਟਰਨੈਸ਼ਨਲ ਓਲੰਪਿਕ ਕਮੇਟੀ, ਇੱਕ ਗਵਰਨਿੰਗ ਬੋਡੀ ਹੈ ਓਲੰਪਿਕ ਖੇਡਾਂ ਨੂੰ ਚਲਾਉਣ ਵਾਲੀ। ਓਲੰਪਿਕ ਖੇਡਾਂ ਜਿਹੜੀਆਂ ਕਿ ਹਰ 4 ਸਾਲ ਬਾਅਦ ਕਰਵਾਈਆਂ ਜਾਂਦੀਆਂ ਨੇ। ਤਾਂ ਇੱਕ ਇਹ ਯਾਦ ਰੱਖਣ ਯੋਗ ਗੱਲ ਹੈ ਜੀ ਕਿ ਜਿਹੜੇ ਇਹਦੇ ਪਹਿਲੇ ਪ੍ਰੈਜ਼ੀਡੈਂਟ ਸੀਗੇ ਉਹ ਕਦੇ ਭੁੱਲ ਕੇ ਵੀ ਕੋਵਰਟਿਨ ਨਾ ਲਾਇਓ, ਕਿਉਂਕਿ ਪਹਿਲੇ ਜਿਹੜੇ ਪ੍ਰੈਜ਼ੀਡੈਂਟ ਸੀ ਉਹ ਕੋਵਰਟਿਨ ਨੇ ਬਣਾਇਆ ਸੀਗਾ ਡਿਮੈਟ੍ਰਿਸ ਬਿਕੈਲਿਸ ਨੂੰ। ਤਾਂ 2 ਸਾਲ ਉਹਨਾਂ ਨੇ ਇਸ ਕੁਰਸੀ ਦੇ ਉੱਪਰ ਕੰਮ ਕੀਤਾ ਜੀ, 1894 ਤੋਂ 96। ਇੱਕ ਚੀਜ਼ ਇਹ ਵੀ ਚੈੱਕ ਕਰ ਲਿਓ, ਮੇਰਾ ਖਿਆਲ ਹੈ ਜਿਵੇਂ ਇਹਨਾਂ ਨੇ ਲਿਖਿਆ ਹੀ ਹੈ ਕਿ ਡਿਊਰਿੰਗ ਦਾ ਫਸਟ ਮਾਡਰਨ ਓਲੰਪਿਕ ਗੇਮਸ ਉਹਨਾਂ ਨੇ ਐਕਟ ਕੀਤਾ ਸੀ ਐਜ਼ ਏ ਪ੍ਰੈਜ਼ੀਡੈਂਟ। ਅਤੇ ਉਸ ਤੋਂ ਬਾਅਦ ਓਲੰਪਿਕ ਗੇਮਾਂ ਤੋਂ ਬਾਅਦ ਜਿਹੜੇ ਪ੍ਰੈਜ਼ੀਡੈਂਟ ਸੀ IOC ਦੇ ਉਹ ਕੌਣ ਬਣ ਗਏ ਸੀਗੇ? ਕੋਵਰਟਿਨ ਬਣ ਗਏ ਸੀ। ਅਤੇ ਲਗਾਤਾਰ 29 ਸਾਲ ਫਿਰ ਇਹੀ ਜਿਹੜੇ ਪ੍ਰੈਜ਼ੀਡੈਂਟ ਨੇ IOC ਦੇ ਰਹਿੰਦੇ ਨੇ। ਅਤੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਸੀਗਾ ਓਲੰਪਿਕ ਖੇਡਾਂ ਨੂੰ ਰਿਵਾਈਵ ਕਰਨ ਦਾ ਅਤੇ ਉਹਨਾਂ ਨੂੰ ਸਸਟੇਨ ਕਰਨ ਦਾ। ਤਾਂ ਬੜਾ ਵੱਡਾ ਰੋਲ ਹੈਗਾ ਸੀ ਕੋਵਰਟਿਨ ਦਾ। ਉਸ ਤੋਂ ਬਾਅਦ ਜੀ ਕੋਵਰਟਿਨ ਤੋਂ ਬਾਅਦ ਫਿਰ 1925 ਦੇ ਵਿੱਚ ਆਉਂਦੇ ਨੇ ਹੈਨਰੀ ਡੀ ਲੈਟੋਰ ਆਉਂਦੇ ਨੇ, 1942 ਤੱਕ ਰਹਿੰਦੇ ਨੇ। ਅਤੇ ਇਹਨਾਂ ਤੋਂ ਬਾਅਦ ਫਿਰ ਸਿਗਫਰੀਡ ਐਸਟਰੋਮ ਆਉਂਦੇ ਨੇ, 1942 ਤੋਂ 1952 ਤੱਕ ਰਹਿੰਦੇ ਨੇ। ਉਸ ਤੋਂ ਬਾਅਦ ਐਵਰੀ ਬਰੰਡੇਜ਼ ਆਉਂਦੇ ਨੇ, 1952 ਤੋਂ 1972 ਤੱਕ ਰਹਿੰਦੇ ਨੇ। ਫਿਰ ਲਾਰਡ ਕਿਲੈਨੀਅਨ ਆਉਂਦੇ ਨੇ ਜਿਹੜੇ 1972 ਤੋਂ 1980 ਤੱਕ ਰਹਿੰਦੇ ਨੇ। ਉਸ ਤੋਂ ਅੱਗੇ ਜੁਆਨ ਐਂਟੋਨੀਓ ਸਮਾਰਚ ਆਉਂਦੇ ਨੇ ਜਿਹੜੇ 1980 ਤੋਂ 2001 ਤੱਕ ਰਹਿੰਦੇ ਨੇ। ਉਹਨਾਂ ਤੋਂ ਬਾਅਦ ਜੀ ਜੈਕਵਸ ਰੋਜਿਸ ਆਉਂਦੇ ਨੇ ਜਿਹੜੇ 2001 ਤੋਂ 2013 ਤੱਕ ਰਹਿੰਦੇ ਨੇ। ਅਤੇ ਪ੍ਰੈਜ਼ੈਂਟਲੀ ਜਿਹੜੇ ਕੰਮ ਕਰ ਰਹੇ ਨੇ ਜੀ ਉਹ ਹੈਗੇ ਨੇ ਥੋਮਸ ਬਕ ਕੰਮ ਕਰ ਰਹੇ ਨੇ, ਇੱਕ ਜਰਮਨ ਲਾਇਰ ਨੇ। ਅਤੇ ਓਲੰਪਿਕ ਗੇਮਾਂ ਦੇ ਵਿੱਚ ਭਾਗ ਲਿਆ ਇਹਨਾਂ ਨੇ, ਫੈਂਸਰ ਹੈਗੇ ਨੇ। ਤਾਂ ਇਹ ਪ੍ਰੈਜ਼ੀਡੈਂਟ ਐਜ਼ ਏ ਪ੍ਰੈਜ਼ੀਡੈਂਟ ਆਫ IOC ਸਰਵ ਕਰ ਰਹੇ ਨੇ 2013 ਤੋਂ। ਤਾਂ ਅੱਗੇ ਓਲੰਪਿਕ ਗੇਮਾਂ ਦੀ ਕੀ ਖਾਸੀਅਤ ਸੀ ਉਹਦੇ ਬਾਰੇ ਗੱਲ ਕਰ ਲਈਏ ਜੀ। ਸਭ ਤੋਂ ਪਹਿਲੀਆਂ ਜਿਹੜੀਆਂ ਏਥਨਸ ਦੇ ਵਿੱਚ ਓਲੰਪਿਕਸ ਹੋਈਆਂ ਇਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਕਿ ਪਹਿਲੀਆਂ ਓਲੰਪਿਕਸ ਸੀ ਇਹਦੇ ਵਿੱਚ ਇਕੱਲੇ ਮੁੰਡਿਆਂ ਨੇ ਭਾਗ ਲਿਆ ਸੀ। ਜਿਹੜੇ ਦੇਸ਼ ਦੇ ਵਿੱਚੋਂ ਪੁਰਾਣੀਆਂ ਓਲੰਪਿਕ ਸ਼ੁਰੂ ਹੋਈਆਂ ਸੀ ਉੱਥੋਂ ਹੀ ਅਸੀਂ ਨੇ ਨਵੀਆਂ ਓਲੰਪਿਕ ਨੂੰ ਸ਼ੁਰੂ ਕੀਤਾ। ਤਾਂ ਇਹ ਜਿਹੜਾ ਸਟੇਡੀਅਮ ਸੀ, ਕਿਹੜੇ ਸਟੇਡੀਅਮ ਦੇ ਵਿੱਚ ਹੋਈਆਂ ਜੀ?
ਪੈਨ ਐਥਨਿਕ ਜਿਹੜਾ ਸਟੇਡੀਅਮ ਹੈਗਾ ਇਸ ਦੇ ਵਿੱਚੋਂ ਸਟਾਰਟ ਕੀਤੀਆਂ ਗਈਆਂ। ਤਾਂ 14 ਦੇਸ਼ਾਂ ਨੇ ਇਹਦੇ ਵਿੱਚ ਭਾਗ ਲਿਆ ਅਤੇ ਕੁਛ ਇਵੈਂਟਸ ਨੇ ਜਿਹੜੇ ਦਿੱਤੇ ਹੋਏ ਇਹ ਕਰਵਾਏ ਗਏ। ਤਾਂ ਅੱਗੇ ਜੀ ਮੈਰਾਥਨ ਇਹਦੇ ਵਿੱਚੋਂ ਹੀ ਸ਼ੁਰੂ ਹੋ ਗਈ ਸੀ। ਕਈ ਵਾਰ ਮੈਰਾਥਨ ਦਾ ਕੁਐਸਚਨ ਨੈੱਟ ਦੇ ਪੇਪਰ 'ਚ ਵੀ ਪੁੱਛਿਆ ਜਾਂਦਾ। ਤਾਂ ਇਸ 1896 ਦੀ ਓਲੰਪਿਕ ਦੇ ਵਿੱਚ ਮੈਰਾਥਨ ਸੀ ਜਿਹੜੀ ਉਹ ਸਟਾਰਟ ਕਰ ਦਿੱਤੀ ਗਈ ਸੀ। ਪੈਰਿਸ ਦੀਆਂ ਓਲੰਪਿਕਸ ਯਾਦ ਰੱਖਣ ਯੋਗ ਨੇ ਜੀ, ਕਿਉਂਕਿ ਇਹਨਾਂ ਓਲੰਪਿਕਸ ਦੇ ਵਿੱਚ 1900 ਦੀਆਂ ਪੈਰਿਸ ਓਲੰਪਿਕ ਦੇ ਵਿੱਚ ਪਹਿਲੀ ਵਾਰ ਕੁੜੀਆਂ ਨੇ ਭਾਗ ਲਿਆ ਸੀ ਟੈਨਿਸ ਅਤੇ ਗੋਲਫ ਦੇ ਵਿੱਚ। ਇਹ ਤੋਂ ਇਲਾਵਾ ਹੋਰ ਕੁਛ ਇਵੈਂਟ ਸੀ ਜਿਹੜੇ ਹੋਰ ਵੀ ਕਰਵਾਏ ਗਏ। ਬੈਲੂਨਿੰਗ, ਫਾਇਰ ਫਾਈਟਿੰਗ ਐਂਡ ਪਿਜਨ ਰੇਸਿੰਗ ਇਹ ਵੀ ਇਹਦੇ ਵਿੱਚ ਕਰਵਾਈਆਂ ਗਈਆਂ ਸੀ। ਅਤੇ ਅਗਲੀ ਗੱਲ ਜੀ, ਵਰਲਡ ਫੇਅਰ ਜਿਹੜਾ ਫਰਾਂਸ ਦੇ ਵਿੱਚ ਲੱਗਿਆ ਹੋਇਆ ਸੀ 1904 ਦੀਆਂ ਜਿਹੜੀਆਂ ਅੱਗੇ ਪੜ੍ਹਾਂਗੇ ਉਹਨਾਂ ਵਿੱਚ ਵੀ ਲੱਗਿਆ ਹੋਇਆ ਸੀ। ਵਰਲਡ ਫੇਅਰ ਦੇ ਵਿੱਚ ਹੀ ਇਨਕਲੂਡ ਕੀਤਾ ਗਿਆ ਸੀਗਾ ਓਲੰਪਿਕ ਗੇਮਸ ਨੂੰ, ਜਿਹੜੀਆਂ ਕਿ ਪੈਰਿਸ ਫਰਾਂਸ ਦੇ ਵਿੱਚ ਹੋਈਆਂ ਸੀਗੀਆਂ। ਪਹਿਲਾਂ ਜਿਹੜਾ ਕਿਉਂਕਿ ਉਹ ਫਰਾਂਸ ਦੇ ਸੀਗੇ, ਬੈਰਨ ਡੀ ਕੁਬਰਟਿਨ, ਉਹ ਚਾਹ ਰਹੇ ਸੀ ਕਿ ਪਹਿਲੇ ਓਲੰਪਿਕ ਫਰਾਂਸ ਦੇ ਵਿੱਚ ਹੀ ਹੋਣ। ਫਿਰ ਪੂਰੀ ਕਮੇਟੀ ਹੈ ਜਿਹੜੀ ਇਹ ਵਿਚਾਰ ਕਰਦੀ ਹੈ ਕਿ ਸ਼ੁਰੂ ਉੱਥੋਂ ਹੀ ਹੋਣੀਆਂ ਚਾਹੀਦੀਆਂ ਨੇ ਜਿੱਥੋਂ ਕਿ ਪਹਿਲੀ ਇਹ ਪੁਰਾਣੀ ਓਲੰਪਿਕ ਸ਼ੁਰੂ ਹੋਈਆਂ ਸੀ। ਅੱਗੇ ਅਸੀਂ ਗੱਲ ਕਰਦੇ ਹਾਂ ਜੀ 1904 ਦੀਆਂ ਓਲੰਪਿਕਸ ਦੀ। 1900 ਦੀ ਓਲੰਪਿਕ ਇਸ ਕਰਕੇ ਵੀ ਅੱਗੇ ਅਸੀਂ ਪੜ੍ਹਾਂਗੇ ਕਿ ਇਹਦੇ ਵਿੱਚ ਜਿਹੜਾ ਇੰਡੀਆ ਦਾ ਪਹਿਲਾ ਮੈਡਲ ਨੋਰਮਨ ਪਿਚੜ ਦਾ ਆਇਆ ਸੀਗਾ। ਬੇਸਿਕਲੀ ਉਹ ਹੈ ਤਾਂ ਬ੍ਰਿਟੇਨ ਦੇ ਸੀ, ਪਰ ਕਿਉਂਕਿ ਗੋਰਿਆਂ ਦਾ ਸਾਡੇ 'ਤੇ ਰਾਜ ਸੀਗਾ ਤਾਂ ਇੰਡੀਆ ਕੰਟੀਨੈਂਟ ਵੱਲੋਂ ਖੇਡੇ ਸੀਗੇ, ਇੰਡੀਆ ਕੰਟਰੀ ਵੱਲੋਂ ਖੇਡੇ ਸੀ। ਤਾਂ 2 ਮੈਡਲ ਉਹਨਾਂ ਨੇ ਲਏ ਸੀਗੇ ਓਲੰਪਿਕਸ ਦੇ ਵਿੱਚੋਂ 1900 ਦੀਆਂ ਵਿੱਚੋਂ। 1904 ਦੀਆਂ ਓਲੰਪਿਕ ਜੀ ਸੈਂਟ ਲੂਇਸ ਦੇ ਵਿੱਚ ਹੋਈਆਂ, ਜਿਹੜਾ ਕਿ USA ਦੇ ਵਿੱਚ ਹੈ। ਤਾਂ ਇੱਥੇ ਵੀ ਵਰਲਡ ਫੇਅਰ ਚੱਲ ਰਿਹਾ ਸੀਗਾ, ਕਰਵਾਇਆ ਗਿਆ ਜਦੋਂ ਉਹਦੇ ਵਿੱਚ ਹੀ ਓਲੰਪਿਕ ਗੇਮਸ ਨੂੰ ਇਨਕਲੂਡ ਕੀਤਾ ਗਿਆ। ਅਤੇ ਦੂਸਰਾ ਜੀ ਇਹਦੇ ਵਿੱਚ ਐਂਥਰੋਪੋਲੋਜੀ ਡੇਜ਼ ਸੀ, ਜਿਹੜੇ ਕੁਛ ਇਵੈਂਟ ਉਹਨਾਂ ਦੇ ਇਨਕਲੂਡ ਕੀਤੇ ਗਏ। ਫੋਰ ਐਗਜ਼ਾਮਪਲ ਜਿਹੜੀਆਂ ਇੰਡੋਜੀਨੀਅਸ ਗੇਮ ਸੀ। ਇੰਡੋਜੀਨੀਅਸ ਗੇਮ ਹੁੰਦਾ ਕਿ ਕਿਸੇ ਜਿਹੜੀਆਂ ਖਾਸ ਖਿੱਤੇ ਨਾਲ ਸੰਬੰਧਿਤ ਕੋਈ ਖੇਡ ਹੋਵੇ ਹੈ ਨਾ, ਉਹਨਾਂ ਦੀ ਖੇਡਾਂ ਦਾ ਜਿਹੜਾ ਪ੍ਰਦਰਸ਼ਨ ਸੀ ਜਾਂ ਕੰਪੀਟੀਸ਼ਨ ਸੀ ਉਹ ਕਰਵਾਏ ਗਏ। ਅੱਗੇ ਜੀ ਜਿਹੜਾ ਮੈਰਾਥਨ ਸੀਗਾ, ਮੈਰਾਥਨ ਇਹਦੇ ਵਿੱਚ ਪਹਿਲਾਂ ਨਾਲੋਂ ਲੰਬੀ ਸੀ, 40 ਕਿਲੋਮੀਟਰ 24.85 ਮਾਈਲ ਦੀ ਜਿਹੜੀ ਕਰਵਾਈ ਗਈ। ਇਸ ਦੇ ਵਿੱਚ ਓਲੰਪਿਕ ਸੀ ਜਿਹੜੀ। ਅੱਗੇ ਜੀ 1904 ਦੀ ਓਲੰਪਿਕ ਦੇ ਵਿੱਚ ਪਹਿਲੀ ਵਾਰੀ ਓਰੀਜਨਲ ਗੋਲਡ ਮੈਡਲ ਦਿੱਤੇ ਗਏ। ਸਿਲਵਰ ਮੈਡਲ ਅਤੇ ਬਰਾਊਨਸ ਮੈਡਲ ਨੇ ਜਿਹੜੇ ਉਹ ਦਿੱਤੇ ਗਏ ਫਸਟ, ਸੈਕਿੰਡ ਐਂਡ ਥਰਡ ਪੋਜੀਸ਼ਨ ਦੇ ਲਈ। ਅਤੇ ਉਸ ਤੋਂ ਬਾਅਦ ਇਹ ਇਕੱਲੀਆਂ ਇਹੀ ਮੇਰਾ ਖਿਆਲ ਓਲੰਪਿਕਸ ਹੈਗੀਆਂ ਸੀ ਜਿਹਦੇ ਵਿੱਚ ਓਰੀਜਨਲ ਬਿਲਕੁਲ ਜਿਹੜੀ ਓਰੀਜਨਲ ਮੈਟਲ ਦੇ ਜਿਹੜੇ ਗੋਲਡ ਮੈਡਲ ਸੀ ਦਿੱਤੇ ਗਏ। ਉਸ ਤੋਂ ਬਾਅਦ ਸਿਲਵਰ ਦੇ ਉੱਪਰ ਇੱਕ ਪਰਤ ਚੜ੍ਹਾ ਕੇ ਜਿਹੜੇ ਗੋਲਡ ਮੈਡਲ ਨੇ ਉਹ ਪ੍ਰੈਜੈਂਟ ਕੀਤੇ ਗਏ ਸੀਗੇ। ਅੱਗੇ ਗੱਲ ਕਰਦੇ ਹਾਂ 1908 ਦੀਆਂ ਜੀ, ਲੰਡਨ। ਇਹ ਵੈਸੇ ਪਹਿਲਾਂ ਰੋਮ ਦੇ ਵਿੱਚ ਹੋਣੀਆਂ ਸੀ, ਤਾਂ ਉੱਥੇ ਇੱਕ ਜਵਾਲਾਮੁਖੀ ਸੀ ਜਿਹੜਾ ਉਹ ਕਿਰਿਆਸ਼ੀਲ ਹੋਣ ਦੇ ਕਰਕੇ ਫਿਰ ਮੂਵ ਕਰਕੇ ਲੰਡਨ ਦੇ ਵਿੱਚ ਰੱਖ ਦਿੱਤੀਆਂ ਗਈਆਂ। ਤਾਂ ਇਹਨਾਂ ਓਲੰਪਿਕ ਦੇ ਵਿੱਚ ਪਹਿਲੀਆਂ ਓਲੰਪਿਕ ਸੀ ਜਿਨ੍ਹਾਂ ਦੇ ਵਿੱਚ ਓਪਨਿੰਗ ਸੈਰਾਮਨੀ ਸੀ ਜਿਹੜੀ ਉਹ ਇੰਟਰੋਡਿਊਸ ਕੀਤੀ ਗਈ। ਸਾਰਿਆਂ ਨੇ ਇਕੱਠੇ, ਸਾਰੇ ਦੇਸ਼ ਜਿੰਨੇ ਭਾਗ ਲੈਣੇ ਸੀ ਉਹਨਾਂ ਨੇ ਪਰੇਡ ਕੀਤੀ ਅਤੇ ਸਾਰੇ ਦੇਸ਼ਾਂ ਦੇ ਝੰਡੇ ਸੀ ਜਿਹੜੇ ਉਹ ਲਹਿਰਾਏ ਗਏ। ਅੱਗੇ ਆਉਂਦਾ ਜੀ ਸਟੋਕਹੋਮ, ਜਿਹੜੀਆਂ ਸਵੀਡਨ ਦੇ ਵਿੱਚ ਹੋਈਆਂ 1912 ਦੇ ਵਿੱਚ ਜੀ। ਤਾਂ ਇਹਨਾਂ ਦੇ ਵਿੱਚ ਇਲੈਕਟ੍ਰੋਨਿਕ ਟਾਈਮਿੰਗ ਡਿਵਾਈਸ ਸੀ ਜਿਹੜੀਆਂ ਉਹ ਯੂਜ਼ ਕੀਤੀਆਂ ਗਈਆਂ। ਇਹ ਬੜਾ ਇੰਪੋਰਟੈਂਟ ਨਾਮ ਹੈ ਜੀ, ਜਿਮ ਥੋਰਪੇ, ਅਮੈਰੀਕਨ ਇੱਕ ਐਥਲੀਟ ਸੀਗਾ। ਇਹਨਾਂ ਨੇ ਪੈਂਟੈਥਲਨ ਅਤੇ ਡੈਕੈਥਲਨ 2 ਇਵੈਂਟ ਜਿਹੜੇ ਸਭ ਤੋਂ ਔਖੇ ਇਵੈਂਟ ਸੀ, ਇਹਨਾਂ ਨੇ ਦੋਨੋਂ ਇਵੈਂਟ ਜਿੱਤੇ ਸੀਗੇ। ਪਰ ਇਹਨਾਂ ਦੀ ਜ਼ਿੰਦਗੀ ਬੜੀ ਕੰਟਰੋਵਰਸ਼ੀਅਲ ਰਹੀ ਕਿਉਂਕਿ ਉਸ ਟਾਈਮ 'ਤੇ ਜਿਹੜਾ 1912 ਦੇ ਵਿੱਚ ਇੱਕ IAAF ਜਿਹੜੀ ਗਵਰਨ ਕੀਤੀ ਗਈ ਸੀ, ਇੰਟਰਨੈਸ਼ਨਲ ਐਮਚਿਓਰ ਐਥਲੈਟਿਕ ਫੈਡਰੇਸ਼ਨ, ਜਿਹਦਾ ਉਦੇਸ਼ ਇਹ ਸੀਗਾ ਕਿ ਕੋਈ ਵੀ ਖਿਡਾਰੀ ਹੈ ਜਿਹੜਾ ਉਹ ਪੈਸੇ ਦੇ ਲਈ ਖੇਡਾਂ ਦੇ ਵਿੱਚ ਭਾਗ ਨਹੀਂ ਲਊਗਾ। ਤਾਂ ਜਿਮ ਥੋਰਪੇ ਇੱਕ ਗਰੀਬ ਘਰੋਂ ਸੀਗਾ, ਖੇਡਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਬ੍ਰਿਲੀਅੰਟ ਸੀਗਾ। ਤਾਂ ਤੁਸੀਂ ਇਹਦੇ ਇੱਕ ਜ਼ਰੂਰ ਮੈਂ ਰਿਕਮੈਂਡ ਕਰਾਂਗਾ ਤੁਹਾਨੂੰ, ਇੱਕ ਲੇਖ ਹੈਗਾ ਪ੍ਰਿੰਸੀਪਲ ਸਰਵਨ ਸਿੰਘ ਦਾ ਜਿਮ ਥੋਰਪੇ ਦੇ ਉੱਪਰ, ਜ਼ਰੂਰ ਪੜ੍ਹਨਾ, ਤੁਹਾਨੂੰ ਬਹੁਤ ਪਿਆਰਾ ਲੱਗੂਗਾ। ਜਾਂ ਅਸੀਂ ਕੋਸ਼ਿਸ਼ ਕਰਾਂਗੇ ਉਹਦੀ ਆਡੀਓ ਬਣਾ ਕੇ ਅਸੀਂ ਉਸ ਲੇਖ ਦੀ ਆਪਣੇ ਇਸ ਚੈਨਲ ਦੇ ਉੱਪਰ ਪਾਵਾਂਗੇ। ਤਾਂ ਇਸ ਦੇ ਮੈਡਲ ਸੀ ਜਿਹੜੇ ਦੋਨੋਂ ਵਾਪਸ ਲੈ ਲਏ ਗਏ ਸੀ। ਹਾਲਾਂਕਿ ਜਿਹੜਾ ਸਟਾਕਹੋਮ ਦਾ ਪ੍ਰੈਜ਼ੀਡੈਂਟ ਸੀਗਾ, ਉਹਨਾਂ ਨੇ ਜਿਮ ਥੋਰਪੇ ਨੂੰ ਮੈਡਲ ਪਾਉਣ ਵੇਲੇ ਆਖਿਆ ਸੀਗਾ ਕਿ ਇਸ ਸਮੇਂ ਦੁਨੀਆ ਦਾ ਸਭ ਤੋਂ ਤਾਕਤਵਰ ਇਨਸਾਨ ਤੂੰ ਹੈ, ਕਿਉਂਕਿ ਇਹਨਾਂ ਨੇ ਪੈਂਟੈਥਲਨ ਅਤੇ ਡੈਕੈਥਲਨ ਸਭ ਤੋਂ ਔਖੇ ਇਵੈਂਟ, ਯਾਨੀ ਕਿ 15 ਇਵੈਂਟਾਂ ਦੇ ਵਿੱਚ ਪਹਿਲਾ ਸਥਾਨ ਸੀ ਜਿਹੜਾ ਉਹ ਹਾਸਲ ਕੀਤਾ ਸੀਗਾ। ਚਲੋ ਅੱਗੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਕੀ ਘਟਨਾਵਾਂ ਵਾਪਰਦੀਆਂ ਨੇ ਉਹਦੇ ਲਈ ਆਪਾਂ ਉਸ ਲੇਖ ਨਾਲ ਜੁੜਾਂਗੇ।
ਅੱਗੇ ਜੀ ਜਿਹੜੀ ਬਾਕਸਿੰਗ ਸੀ ਇਹਦੇ ਵਿੱਚ ਉਹ ਰਾਊਂਡਸ ਦੇ ਵਿੱਚ ਆਖਰੀ ਵਾਰ ਖੇਡੀ ਗਈ। ਉਸ ਤੋਂ ਬਾਅਦ ਨਾਕਆਊਟ ਸੀ ਜਿਹੜੀ ਉਹ ਖੇਡੀ ਜਾਣ ਲੱਗ ਗਈ। 1916 ਦੀਆਂ ਓਲੰਪਿਕਸ ਨਹੀਂ ਹੋਈਆਂ ਕਿਉਂਕਿ ਇਹਨਾਂ ਓਲੰਪਿਕਸ ਦੇ ਵਿੱਚ ਲੜਾਈ ਸੀ ਜਿਹੜੀ ਉਹ ਸ਼ੁਰੂ ਹੋ ਗਈ ਸੀ। ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਸੀ, ਜਿਹਦੇ ਕਰਕੇ ਬਹੁਤ ਸਾਰੇ ਦੇਸ਼ ਸੀਗੇ ਜਿਹੜੇ ਉਹਨਾਂ ਨੂੰ ਇਸ ਦੇ ਵਿੱਚ ਪਾਰਟੀਸਪੇਟ ਨਹੀਂ ਕਰਨ ਦਿੱਤਾ ਗਿਆ, ਜਿਹੜੇ ਡਾਇਰੈਕਟਲੀ ਇਨਵੋਲਵ ਹੈਗੇ ਸੀਗੇ ਵਰਲਡ ਵਾਰ ਫਸਟ ਦੇ ਵਿੱਚ। ਫੋਰ ਐਗਜ਼ਾਮਪਲ ਆਸਟਰੀਆ ਦੇ ਵਿੱਚੋਂ ਸ਼ੁਰੂ ਹੋਇਆ ਸੀ, ਬੁਲਗਾਰੀਆ ਹੋ ਗਿਆ, ਜਾਪਾਨ ਹੋ ਗਿਆ। ਤਾਂ ਜਿਹੜੇ ਹੋਰ ਦੇਸ਼ ਹੈਗੇ ਸੀ ਜਿਹੜੇ ਡਾਇਰੈਕਟਲੀ ਇਹਦੇ ਨਾਲ ਸੰਬੰਧਿਤ ਸੀਗੇ ਉਹਨਾਂ ਨੂੰ ਪਾਰਟੀਸਪੇਟ ਕਰਨ ਤੋਂ ਰੋਕਿਆ ਗਿਆ। ਦੂਸਰਾ ਇਹ ਸ਼ਾਂਤੀ ਦਾ ਪ੍ਰਤੀਕ ਵਜੋਂ ਖੇਡਾਂ ਸੀ ਜਿਹੜੀਆਂ ਇਹ ਸ਼ੁਰੂ ਕੀਤੀਆਂ ਗਈਆਂ ਅਤੇ ਵਰਲਡ ਵਾਰ ਤੋਂ ਬਾਅਦ ਹੋਣ ਵਾਲੀਆਂ ਪਹਿਲੀਆਂ ਖੇਡਾਂ ਸੀਗੀਆਂ ਇਹ। ਤਾਂ ਇਹਨਾਂ ਦੇ ਵਿੱਚ ਓਲੰਪਿਕ ਫਲੈਗ ਸੀ ਜਿਹੜਾ 1913 ਦੇ ਵਿੱਚ ਡਿਜ਼ਾਈਨ ਕੀਤਾ ਸੀ ਅਸੀਂ, ਉਹ ਇੰਟਰੋਡਿਊਸ ਕੀਤਾ ਗਿਆ। ਉਸ ਤੋਂ ਬਾਅਦ ਕਲੋਜਿੰਗ ਸੈਰਾਮਨੀ ਸੀ ਜਿਹੜੀ ਉਹ ਵੀ ਇੱਥੇ ਇੰਟਰੋਡਿਊਸ ਕੀਤੀ ਗਈ। ਤਾਂ ਹੈਨਰੀ ਡਿਡੀਅਨ ਨੇ ਜਿਹੜਾ ਇੱਕ ਕੁਆਇਨ ਕੀਤਾ ਸੀ ਓਲੰਪਿਕ ਮੋਟੋ ਸੀਟੀਅਸ ਅਲਟੀਅਸ ਫੋਰਟਿਸ, ਉਹ ਵੀ ਇਸ ਐਂਟਵਰਪ ਓਲੰਪਿਕ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਜੀ। ਅਤੇ ਉਸ ਤੋਂ ਬਾਅਦ ਓਲੰਪਿਕ ਵਿਲੇਜ ਸੀ ਜਿਹੜਾ ਥੋੜ੍ਹਾ ਬਹੁਤ ਇਸ ਦੇ ਵਿੱਚ ਵੀ ਉਹ ਸਟਾਰਟ ਕੀਤਾ ਗਿਆ ਸੀ। ਬੇਸਿਕਲੀ ਅਸੀਂ ਜਦੋਂ ਗੱਲ ਕਰਦੇ ਹਾਂ ਓਲੰਪਿਕ ਵਿਲੇਜ ਦੀ ਤਾਂ 1924 ਦੀਆਂ ਪੈਰਿਸ ਓਲੰਪਿਕ ਦੇ ਨਾਲ ਜਾ ਜੁੜਦਾ। ਉਸ ਤੋਂ ਬਾਅਦ ਅੱਜ ਕੱਲ੍ਹ ਜਿਹੜਾ ਇਹਨਾਂ ਗੇਮਾਂ ਦੇ ਵਿੱਚ ਕੰਪਿਊਟਰ ਵਰਡ ਟੂਗੈਦਰ ਵਰਡ ਵੀ ਯੂਜ਼ ਕਰ ਦਿੱਤਾ ਗਿਆ, ਐਡ ਕਰ ਦਿੱਤਾ ਗਿਆ ਸੀਟੀਅਸ ਅਲਟੀਅਸ ਫੋਰਟਿਸ ਦੇ ਵਿੱਚ। ਅੱਗੇ ਗੱਲ ਕਰਦੇ ਹਾਂ ਜੀ ਪੈਰਿਸ ਓਲੰਪਿਕਸ ਜਿਹੜੀਆਂ ਫਰਾਂਸ ਦੇ ਵਿੱਚ ਹੋਈਆਂ 1924 ਦੇ ਵਿੱਚ। ਤਾਂ ਇੱਥੇ ਉਸ ਸਮੇਂ ਸਭ ਤੋਂ ਵੱਧ ਦੇਸ਼ਾਂ ਨੇ ਭਾਗ ਲਿਆ। ਤਾਂ ਮੈਡਲ ਦੇ ਡਿਜ਼ਾਈਨ ਸੀ ਜਿਹੜੇ ਉਹ ਸਟੈਂਡਰਡ ਕੀਤੇ ਗਏ। ਓਲੰਪਿਕ ਰਿੰਗ ਇੱਕ ਸਾਈਡ ਅਤੇ ਦੂਸਰੀ ਸਾਈਡ ਜਿਹੜੀ ਗਰੀਕ ਦੇ ਇੱਕ ਦੇਵੀ ਸੀਗੀ ਨਾਇਕ, ਉਹਦੀ ਫੋਟੋ ਸੀ ਜਿਹੜੀ ਲਗਾਈ ਗਈ। ਉਸ ਤੋਂ ਬਾਅਦ ਇਹ ਇਕੱਲੀਆਂ ਓਲੰਪਿਕਸ ਇਹੋ ਜਿਹੀਆਂ ਸੀਗੀਆਂ ਜਿਹਦੇ ਵਿੱਚ ਸਵੀਮਿੰਗ ਦੇ ਇਵੈਂਟ ਸੀ ਜਿਹੜੇ ਉਹ ਨੈਚੁਰਲ ਬੋਡੀ ਆਫ ਵਾਟਰ ਦੇ ਵਿੱਚ ਕਰਵਾਏ ਗਏ, ਯਾਨੀ ਕਿ ਓਰੀਜਨਲ ਕਿਸੇ ਨਦੀ ਦੇ ਵਿੱਚ ਕਰਵਾਏ ਗਏ। ਰਿਵਰ ਦਾ ਨਾਮ ਹੈਗਾ ਸੀਨ, ਤਾਂ ਇਹਦੇ ਵਿੱਚ ਕਰਵਾਏ ਗਏ। ਤਾਂ ਪੈਰਿਸ ਫਰਾਂਸ ਓਲੰਪਿਕਸ ਇਸ ਦੇ ਨਾਲ ਹੀ ਇੱਥੇ ਵਿੰਟਰ ਓਲੰਪਿਕਸ ਦਾ ਵੀ ਆਗਾਜ਼ ਹੁੰਦਾ ਹੈ। ਸ਼ੈਮੋਨੀ ਦੇ ਵਿੱਚ ਪਹਿਲੀਆਂ ਵਿੰਟਰ ਓਲੰਪਿਕਸ ਸੀ ਜਿਹੜੀਆਂ ਉਹ ਕਰਵਾਈਆਂ ਗਈਆਂ 1924 ਦੇ ਵਿੱਚ। ਅੱਗੇ ਗੱਲ ਕਰਦੇ ਹਾਂ ਜੀ ਐਮਸਟਰਡੈਮ ਸੀ ਜਿਹੜੀਆਂ ਐਮਸਟਰਡੈਮ ਦੇ ਵਿੱਚ ਓਲੰਪਿਕ ਸੀ ਜਿਹੜੀਆਂ 1928 ਦੀਆਂ ਕਰਵਾਈਆਂ ਗਈਆਂ। ਤਾਂ ਇਹਨਾਂ ਖੇਡਾਂ ਦੇ ਵਿੱਚ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਸੀ ਉਹ ਹੈਗੀ ਸੀ ਓਲੰਪਿਕ ਫਲੇਮ। ਤਾਂ ਓਲੰਪਿਕ ਫਲੇਮ ਇੰਟਰੋਡਿਊਸ ਕੀਤੀ ਗਈ। ਤਾਂ ਇਹ ਆਈਡੀਆ ਸੀ ਜਿਹੜਾ ਉਹ ਹੈਗਾ ਸੀਗਾ ਕਾਰਲ ਡੀਅਮ ਦਾ ਆਈਡੀਆ ਸੀਗਾ ਓਲੰਪਿਕ ਫਲੇਮ ਨੂੰ ਇੰਟਰੋਡਿਊਸ ਕਰਨ ਦਾ। ਤਾਂ ਇਸ ਤੋਂ ਬਿਨਾਂ ਵੂਮੈਨਸ ਦੇ ਜਿਹੜੇ ਐਥਲੈਟਿਕਸ ਦੇ ਇਵੈਂਟ ਸੀ ਉਹ ਇੰਟਰੋਡਿਊਸ ਕੀਤੇ ਗਏ। 800 ਮੀਟਰ ਵੀ ਇੰਟਰੋਡਿਊਸ ਕੀਤੀ ਗਈ ਜੀ ਇੱਥੇ। ਅਤੇ ਉਸ ਤੋਂ ਬਾਅਦ ਇਹ ਲਾਸਟ ਇਵੈਂਟ ਹੈਗਾ ਸੀਗਾ ਜੀ, ਲਾਸਟ ਓਲੰਪਿਕਸ ਹੈਗੀ ਸੀ ਜਿੱਥੇ ਐਥਲੀਟਸ ਨੂੰ ਆਪਣਾ ਜਿਹੜਾ ਆਰਟ ਵਰਕ ਹੈ, ਜਿਹੜੇ ਆਰਟ ਦੇ ਨਾਲ ਰਿਲੇਟਡ ਕੋਈ ਵੀ ਕੰਪੀਟੀਸ਼ਨ ਹੁੰਦੇ ਸੀ ਉਹਨਾਂ ਨੂੰ ਪਹਿਲਾਂ ਸਬਮਿਟ ਕਰਾਉਣ ਦੀ ਜ਼ਰੂਰਤ ਨਹੀਂ ਸੀ ਪੈਂਦੀ। ਐਮਸਟਰਡੈਮ ਬੜਾ ਮਸ਼ਹੂਰ ਸ਼ਹਿਰ ਹੈ। ਇਹਦੇ ਬਾਰੇ ਕੋਈ ਹੋਰ ਤੁਸੀਂ ਪੜ੍ਹਨਾ ਚਾਹੋ ਤਾਂ ਅਨੁਰਾਧਾ ਬੈਨੀਵਾਲ ਦੀ ਇੱਕ ਕਿਤਾਬ ਹੈ ਆਜ਼ਾਦੀ ਮੇਰਾ ਬ੍ਰਾਂਡ, ਉਹਦੇ ਬਾਰੇ ਪੜ੍ਹ ਸਕਦੇ ਹੋ। ਯੂਰਪ ਦੀ ਇੱਕ ਬੜਾ ਮਸ਼ਹੂਰ ਜਿਹੜਾ ਸ਼ਹਿਰ ਹੈ ਇਹ। ਅੱਗੇ ਜੀ LA ਲਾਸ ਐਂਜਲਸ ਯੂਨਾਈਟਿਡ ਸਟੇਟਸ ਦੀਆਂ ਖੇਡਾਂ ਆਉਂਦੀਆਂ ਨੇ 1932 ਦੀਆਂ। ਤਾਂ ਇੱਕ ਹੋਰ ਚੀਜ਼ ਵੀ 1928 ਦੇ ਵਿੱਚ ਜਿਹੜਾ ਭਾਰਤ ਦੀ ਹਾਕੀ ਦਾ ਸੁਨਹਿਰਾ ਦੌਰ ਸੀਗਾ ਉਹ ਸ਼ੁਰੂ ਹੋ ਚੁੱਕਿਆ ਸੀ। 1927 ਦੇ ਵਿੱਚ IOA ਇੰਡੀਅਨ ਓਲੰਪਿਕ ਐਸੋਸੀਏਸ਼ਨ ਫਾਰਮ ਹੋ ਗਈ ਸੀ ਜੀ। 1928 ਦੇ ਵਿੱਚ ਪਹਿਲੀ ਵਾਰ ਇੰਡੀਆ ਦੀ ਹਾਕੀ ਦੀ ਟੀਮ ਨੇ ਭਾਗ ਲਿਆ ਅਤੇ ਪਹਿਲੀ ਵਾਰੀ ਉਹ ਗੋਲਡ ਲੈ ਕੇ ਆਏ। ਅਤੇ ਇਹ ਲਗਾਤਾਰ ਸੁਨਹਿਰੀ ਦੌਰ ਸੀ ਜਿਹੜਾ ਲਗਾਤਾਰ ਚੱਲਦਾ ਰਿਹਾ। ਤਾਂ 1932 ਦੀਆਂ ਓਲੰਪਿਕਸ ਲਾਸ ਐਂਜਲਸ ਯੂਨਾਈਟਿਡ ਸਟੇਟਸ ਦੇ ਵਿੱਚ ਹੁੰਦੀਆਂ ਨੇ ਜੀ। ਤਾਂ ਪਹਿਲੀ ਵਾਰ ਇੱਥੇ ਵਿਕਟਰੀ ਪੋਡੀਅਮ ਸੀ ਜਿਹੜਾ ਮੈਡਲ ਸੈਰਾਮਨੀ ਦੇ ਲਈ ਉਹ ਯੂਜ਼ ਕੀਤਾ ਗਿਆ। ਤਾਂ ਉਸ ਤੋਂ ਬਾਅਦ ਜੀ ਅੱਗੇ 1932 ਦੀਆਂ ਓਲੰਪਿਕਸ ਦੇ ਵਿੱਚ ਪੋਡੀਅਮ ਯੂਜ਼ ਕੀਤਾ ਗਿਆ। ਪਬਲਿਕ ਐਡਰੈਸ ਸਿਸਟਮ ਸੀ ਜਿਹੜਾ ਉਹ ਯੂਜ਼ ਕੀਤਾ ਗਿਆ। ਵੂਮੈਨ ਦੀ ਪਾਰਟੀਸਪੇਸ਼ਨ ਸੀ ਜਿਹੜੀ ਉਹ ਹੋਰ ਜ਼ਿਆਦਾ ਇਨਕਰੀਜ਼ ਹੋ ਗਈ ਸੀ। ਅੱਗੇ ਗੱਲ ਕਰਦੇ ਹਾਂ ਜੀ ਜਦੋਂ ਹਿਟਲਰ ਪਾਵਰ ਦੇ ਵਿੱਚ ਆ ਗਿਆ ਸੀ ਤਾਂ ਖੇਡਾਂ ਸੀ ਬਰਲਿਨ ਓਲੰਪਿਕਸ 1936 ਦੇ ਵਿੱਚ ਜਰਮਨ ਦੇ ਵਿੱਚ ਹੁੰਦੀਆਂ ਨੇ ਬਰਲਿਨ ਦੇ ਵਿੱਚ। ਤਾਂ ਐਡੋਲਫ ਹਿਟਲਰ ਤਾਂ ਉਹਨਾਂ ਨੇ ਆਪਣਾ ਜਿਹੜਾ ਸੁਪਰਮੇਸੀ ਦਾ ਪ੍ਰੋਪੇਗੰਡਾ ਸੀਗਾ ਉਹਨੂੰ ਰੀਪ੍ਰਜੈਂਟ ਕਰਨ ਦੇ ਲਈ ਇਹਨਾਂ ਦਾ ਸਹਾਰਾ ਲਿਆ। ਤਾਂ ਬੇਸਿਕਲੀ ਧਿਆਨ ਚੰਦ ਵਾਲੀ ਸਟੋਰੀ ਵੀ ਜਾ ਕੇ ਇੱਥੇ ਜੁੜਦੀ ਹੈ। ਤੁਸੀਂ ਧਿਆਨ ਚੰਦ ਦਾ ਜਿਹੜਾ ਚੈਪਟਰ ਹੈ ਪਹਿਲਾਂ ਪੜ੍ਹਿਆ ਹੋਊਗਾ। ਤਾਂ ਅਗਲੀ ਗੱਲ ਇੱਥੇ ਗੱਲ ਕਰ ਲਈ ਅਸੀਂ ਇੱਕ ਇਹਨਾਂ ਨੇ ਇੱਥੋਂ ਜਿਹੜਾ ਓਲੰਪਿਕ ਇਵੈਂਟ ਹੋ ਰਹੇ ਸੀ ਉਹਨਾਂ ਦੀਆਂ ਰਿਕਾਰਡਿੰਗਾਂ ਕਰਕੇ ਜਿਹੜੇ ਉਹਨਾਂ ਦੇ ਨੇੜੇ ਦੇ ਥੀਏਟਰ ਸੀ ਉਹਨਾਂ ਦੇ ਵਿੱਚ ਉਹ ਇਵੈਂਟ ਸੀ ਜਿਹੜੇ ਉਹ ਦਿਖਾਏ ਗਏ ਸੀਗੇ। ਜਿਹੜੇ ਲੋਕ ਨਹੀਂ ਪਹੁੰਚ ਸਕੇ ਸੀ ਤਾਂ ਪਹਿਲੀਆਂ ਖੇਡਾਂ ਸੀ ਐਵੇਂ ਦੀਆਂ ਜਿਹੜੀਆਂ
ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਟੈਲੀਵਿਜ਼ਾਈਟ ਕੀਤੀਆਂ ਗਈਆਂ, ਪਰ ਇਹਨਾਂ ਦੀ ਜਿਹੜੀ ਕਵਰੇਜ ਸੀ ਉਹ ਬਹੁਤ ਜ਼ਿਆਦਾ ਲਿਮਟਿਡ ਸੀਗੀ। ਤਾਂ ਜੈਸੀ ਓਨਸ ਇੱਕ ਅਫਰੀਕਨ ਅਮੈਰੀਕਨ ਐਥਲੀਟ ਸੀ ਜਿਹਨੇ 4 ਗੋਲਡ ਮੈਡਲ ਜਿੱਤੇ ਟਰੈਕ ਅਤੇ ਫੀਲਡ ਦੇ ਵਿੱਚ। ਅੱਗੇ ਗੱਲ ਕਰਦੇ ਹਾਂ ਜੀ, ਤਾਂ ਇਹਨਾਂ ਨੇ ਹਿਟਲਰ ਦੀ ਆਈਡੀਓਲੋਜੀ ਨੂੰ ਜਿਹੜਾ ਸੀਗਾ ਚੈਲੰਜ ਕੀਤਾ, ਕਿਉਂਕਿ ਜਿਹੜਾ ਹਿਟਲਰ ਸੀ ਉਹ ਆਪਣੀ ਜਿਹੜੀ ਜਾਤੀ ਸੀ ਜਾਂ ਕੌਮ ਸੀ ਉਹਨੂੰ ਸੁਪਰੀਮ ਮੰਨਦਾ ਸੀ, ਉਹ ਕਿਸੇ ਦੂਸਰੇ ਦਾ ਜਿੱਤਣਾ ਬਰਦਾਸ਼ਤ ਨਹੀਂ ਸੀ ਕਰ ਸਕਦਾ। ਅੱਗੇ ਜੀ 1940 ਦੀਆਂ ਓਲੰਪਿਕਸ ਨਹੀਂ ਹੋ ਸਕੀਆਂ ਕਿਉਂਕਿ ਹਿਟਲਰ ਦੀ ਲੜਾਈ ਸ਼ੁਰੂ ਹੋ ਗਈ ਸੀ ਵੱਖੋ ਵੱਖਰੇ ਦੇਸ਼ਾਂ ਦੇ ਨਾਲ। ਤਾਂ ਉਹਨੇ ਨਾਰਵੇ ਸਾਈਡ ਤੋਂ ਆਪਣਾ ਜਿਹੜਾ ਵਿਜੇ ਅਭਿਆਨ ਸੀਗਾ ਉਹ ਸ਼ੁਰੂ ਕਰਤਾ ਸੀਗਾ। ਲੜਦਾ 1945 ਤੱਕ ਲੜਦਾ ਰਿਹਾ। ਤਾਂ 1940 ਵਾਲੀਆਂ ਓਲੰਪਿਕਸ ਵੀ ਸਾਡੀਆਂ ਖਤਮ ਹੋ ਗਈਆਂ, 44 ਵਾਲੀਆਂ ਵੀ ਨਹੀਂ ਹੋ ਸਕੀਆਂ। ਉਸ ਤੋਂ ਬਾਅਦ ਓਲੰਪਿਕਸ ਜਿਹੜੀਆਂ ਹੁੰਦੀਆਂ ਨੇ 1948 ਦੀਆਂ ਲੰਡਨ ਓਲੰਪਿਕਸ ਹੁੰਦੀਆਂ ਨੇ ਜੀ। ਵਰਲਡ ਵਾਰ ਤੋਂ ਹੋਣ ਵਾਲੀ ਸੈਕਿੰਡ ਤੋਂ ਬਾਅਦ ਹੋਣ ਵਾਲੀਆਂ ਪਹਿਲੀਆਂ ਓਲੰਪਿਕਸ ਹੈਗੀਆਂ ਸੀਗੀਆਂ। ਜਰਮਨ ਅਤੇ ਜਪਾਨ 2 ਕੰਟਰੀਆਂ ਜਿਹੜੀਆਂ ਵਰਲਡ ਵਾਰ ਦੇ ਵਿੱਚ ਡਾਇਰੈਕਟਲੀ ਇਨਵੋਲਵਡ ਸੀ, ਉਹਨਾਂ ਨੂੰ ਪਾਰਟੀਸਪੇਟ ਨਹੀਂ ਕਰਨ ਦਿੱਤਾ ਗਿਆ। ਤਾਂ 1948 ਦੇ ਵਿੱਚ ਹੀ ਫਿਰ ਪੈਰਾ ਓਲੰਪਿਕਸ ਨੇ ਜਿਹੜੀਆਂ ਉਹ ਸ਼ੁਰੂ ਹੁੰਦੀਆਂ ਨੇ। ਬੇਸਿਕਲੀ ਜਿਹੜਾ ਇਹ ਆਈਡੀਆ ਸੀਗਾ ਵੀ ਕਿਉਂਕਿ ਵਰਲਡ ਵਾਰ ਦੇ ਵਿੱਚ ਬਹੁਤ ਸਾਰੇ ਸੈਨਿਕ ਜਿਹੜੇ ਚੰਗੇ ਸੀਗੇ ਉਹ ਫੱਟੜ ਹੋ ਗਏ ਸੀਗੇ, ਜ਼ਖਮੀ ਹੋ ਗਏ ਸੀ। ਤਾਂ ਉਹਨਾਂ ਦੇ ਵਾਸਤੇ ਵੀ ਜੇ ਕਿਉਂਕਿ ਉਹ ਨੋਰਮਲ ਬੰਦੇ ਨਾਲ ਕੰਪੀਟ ਨਹੀਂ ਕਰ ਸਕਦੇ ਸੀ, ਤਾਂ ਇੱਕ ਆਈਡੀਆ ਲਿਆ ਗਿਆ ਪੈਰਾ ਓਲੰਪਿਕਸ ਦਾ। ਤਾਂ ਪੈਰਾ ਓਲੰਪਿਕ ਸ਼ੁਰੂ ਕਰਨ ਦਾ ਆਈਡੀਆ ਛੋਟੇ ਮੋਟੇ ਪੱਧਰ ਦੇ ਉੱਪਰ ਸ਼ੁਰੂ ਹੋ ਗਿਆ ਸੀਗਾ। ਤੁਸੀਂ ਇੱਕੋ ਜਰਮਨ ਜਿਹੜੇ ਮੈਨੂੰ ਨਾਮ ਨਹੀਂ ਯਾਦ ਆ ਰਿਹਾ, ਇੱਕ ਜਰਮਨ ਜਿਹੜੇ ਸ਼ੂਟਰ ਹੈਗੇ ਸੀਗੇ ਜਿਹੜੇ ਰਾਈਟ ਹੈਂਡ ਨਾਲ ਸ਼ੂਟ ਕਰਦੇ ਸੀ 1940 ਦੀਆਂ ਓਲੰਪਿਕਸ ਦਾ ਵੇਟ ਕਰ ਰਹੇ ਸੀ, ਤਾਂ ਉਹਨਾਂ ਦੇ ਹੱਥ ਦੇ ਵਿੱਚ ਗਰਨੇਡ ਫਟ ਜਾਂਦਾ। ਤਾਂ ਉਸ ਤੋਂ ਬਾਅਦ ਉਹ ਖੱਬੇ ਹੱਥ ਨਾਲ ਤਿਆਰੀ ਕਰਦੇ ਨੇ। 44 ਦੀਆਂ ਓਲੰਪਿਕਸ ਨਹੀਂ ਆਉਂਦੀਆਂ, ਤਾਂ 48 ਤੱਕ ਉਹ ਆਪਣੇ ਲੈਫਟ ਹੈਂਡ ਨਾਲ ਪ੍ਰੈਕਟਿਸ ਕਰਕੇ 48 ਦੀਆਂ ਓਲੰਪਿਕਸ ਦੇ ਵਿੱਚੋਂ ਫਿਰ ਗੋਲਡ ਮੈਡਲ ਲੈ ਕੇ ਜਾਂਦੇ ਨੇ। ਅੱਗੇ ਗੱਲ ਕਰ ਲਈਏ ਅਸੀਂ 1952 ਦੀਆਂ ਹੈਲੀਸਿੰਕੀ ਜਿਹੜੀਆਂ ਫਿਨਲੈਂਡ ਦੇ ਵਿੱਚ ਹੋਈਆਂ ਓਲੰਪਿਕਸ ਦੀ। ਤਾਂ ਇਹ ਓਲੰਪਿਕਸ ਸੀ ਜਿਹੜੀਆਂ ਜੀ, ਇਹਨਾਂ ਦੇ ਵਿੱਚ ਵੀ ਜਿਹੜਾ ਓਲੰਪਿਕ ਵਿਲੇਜ ਮੈਂ ਪਹਿਲਾਂ ਦੱਸ ਚੁੱਕਿਆ ਕਿ 1924 ਦੇ ਵਿੱਚ ਫੁੱਲ ਫਲੈਜ ਦਾ ਜਿਹੜਾ ਸਟਾਰਟ ਹੋ ਗਿਆ ਸੀ। ਤਾਂ ਥੋੜ੍ਹੇ ਬਹੁਤ ਚੇਂਜਸ ਇਹਨਾਂ ਦੇ ਸਮੇਂ-ਸਮੇਂ 'ਤੇ ਹੁੰਦੇ ਰਹੇ। ਤਾਂ ਇਸ ਦੇ ਵਿੱਚ ਸਾਡਾ ਜਿਹੜਾ ਇੱਕ ਮੈਡਲ ਹਾਕੀ ਤੋਂ ਇਲਾਵਾ ਇੱਕ ਹੋਰ ਮੈਡਲ ਆਇਆ ਸੀਗਾ, ਉਹ ਆਇਆ ਸੀਗਾ ਜੀ ਸਾਡਾ ਆਈ ਥਿੰਕ ਰੈਸਲਿੰਗ ਦੇ ਵਿੱਚ ਆਇਆ ਸੀਗਾ। ਅੱਗੇ ਚੱਲ ਕੇ ਦੇਖਾਂਗੇ ਉਹ ਅੱਗੇ ਆਏਗਾ। ਅੱਗੇ ਜੀ ਸੋਵੀਅਤ ਯੂਨੀਅਨ ਸੀਗਾ ਜਿਹੜਾ, ਉਹਨਾਂ ਨੇ ਪਹਿਲੀ ਵਾਰ ਭਾਗ ਲਿਆ ਇੱਥੇ ਆ ਕੇ, ਅਤੇ ਉਹਨਾਂ ਨੇ ਡੋਮੀਨੈਂਟ ਰੋਲ ਪਲੇ ਕੀਤਾ ਜਿਮਨਾਸਟਿਕ ਅਤੇ ਵੇਟ ਲਿਫਟਿੰਗ ਦੇ ਵਿੱਚ। ਤਾਂ ਇੱਥੇ ਦੇਖੋ ਜੀ ਰਸ਼ੀਆ ਜਿਹੜਾ ਅੱਜ ਕੱਲ੍ਹ ਅਸੀਂ ਇਕੱਲਾ ਰਸ਼ੀਆ ਪੜ੍ਹਦੇ ਹਾਂ, ਪਹਿਲਾਂ ਉਹ ਸੋਵੀਅਤ ਯੂਨੀਅਨ ਬਹੁਤ ਸਾਰੇ ਦੇਸ਼ਾਂ ਦਾ ਇਕੱਠ ਹੁੰਦਾ ਸੀ। ਬਹੁਤ ਸਾਰੇ ਦੇਸ਼ ਇਕੱਠੇ ਸੋਵੀਅਤ ਯੂਨੀਅਨ ਦੇ ਅੰਡਰ ਆਉਂਦੇ ਸੀ। ਜਦੋਂ 1917 ਦੇ ਵਿੱਚ ਰਸ਼ੀਆ ਦੇ ਵਿੱਚ ਇਨਕਲਾਬ ਆਇਆ ਸੀਗਾ, ਇਨਕਲਾਬ ਆਉਣ ਤੋਂ ਬਾਅਦ ਫਿਰ ਕਾਫੀ ਸਾਰੇ ਦੇਸ਼ ਸੀ ਜਿਹੜੇ ਉਹ ਇਕੱਠੇ ਹੋ ਗਏ ਸੀ। ਪਰ ਦੁਬਾਰਾ ਫਿਰ ਉਹ 1980-90 ਦੇ ਵਿੱਚ ਆ ਕੇ ਦੁਬਾਰਾ ਫਿਰ ਭੰਗ ਹੋ ਜਾਂਦੇ ਨੇ। ਅਤੇ ਜਿਹੜਾ ਰਸ਼ੀਆ ਯੂਕਰੇਨ ਜੰਗ ਚੱਲ ਰਹੀ ਹੈ ਉਹ ਉਸੇ ਦਾ ਹੀ ਸਿੱਟ ਹੈ। ਪਹਿਲਾਂ ਹਾਲਾਂਕਿ ਰਸ਼ੀਆ ਅਤੇ ਯੂਕਰੇਨ ਇਕੱਠੇ ਹੁੰਦੇ ਸੀ, ਤਾਂ ਜਿਹੜੇ ਖੇਤਰਾਂ ਨੂੰ ਲੈ ਕੇ ਜੰਗ ਹੈਗੀ ਉਹ ਵੀ ਪਹਿਲਾਂ ਰਸ਼ੀਆ ਦਾ ਭਾਗ ਸੀਗੇ, ਤਾਂ ਉਹ ਸੋਵੀਅਤ ਯੂਨੀਅਨ ਦੀ ਸੰਧੀ ਦੇ ਦੌਰਾਨ ਉਹਨਾਂ ਨੂੰ ਦੇ ਦਿੱਤੇ ਗਏ ਸੀ। ਤਾਂ ਹੈਲੀਸਿੰਕੀ ਦੀਆਂ ਜਿਹੜੀਆਂ ਓਲੰਪਿਕਸ 1952 ਦੇ ਵਿੱਚ ਸੀ ਜੀ। ਇੱਥੇ ਅੱਗੇ ਆਉਂਦਾ ਐਮਿਲ ਜੈਟੋਪੈਕ, ਇੱਕ ਚੈਕੋਸਲੋਵਾਕੀਆ ਦਾ ਲੌਂਗ ਡਿਸਟੈਂਸ ਰਨਰ ਸੀ ਜਿਨ੍ਹਾਂ ਨੇ ਗੋਲਡ ਮੈਡਲ ਜਿੱਤੇ 5000 ਮੀਟਰ ਅਤੇ 10000 ਮੀਟਰ ਦੇ ਮੈਰਾਥਨ ਦੇ ਵਿੱਚ। ਅਗਲੀ ਚੀਜ਼ ਇਹ ਵੀ ਯਾਦ ਰੱਖਿਓ ਕਿ 1924 ਦੀਆਂ ਜਿਹੜੀਆਂ ਪੈਰਿਸ ਓਲੰਪਿਕਸ ਸੀ ਉਹਦੇ ਵਿੱਚ ਮੈਰਾਥਨ ਦਾ ਜਿਹੜਾ ਡਿਸਟੈਂਸ ਅੱਜ ਹੈਗਾ 42.195 ਕਿਲੋਮੀਟਰ, ਉਹ ਫਾਈਨਲਾਈਜ਼ ਕੀਤਾ ਗਿਆ ਸੀਗਾ। ਵੈਸੇ 1921 ਦੇ ਵਿੱਚ ਹੋ ਗਿਆ ਸੀਗਾ, ਪਰ ਉਹ ਤੋਂ ਬਾਅਦ ਓਲੰਪਿਕਸ 1924 ਦੇ ਵਿੱਚ ਹੋਈਆਂ ਸੀ, ਉੱਥੇ ਫਾਈਨਲਾਈਜ਼ ਕੀਤਾ ਗਿਆ। ਅੱਗੇ 1956 ਦੇ ਵਿੱਚ ਜਿਹੜੀਆਂ ਓਲੰਪਿਕਸ ਗੇਮ ਨੇ ਉਹ ਹੁੰਦੀਆਂ ਨੇ ਜੀ ਮੈਲਬੌਰਨ ਦੇ ਵਿੱਚ। ਮੈਲਬੌਰਨ ਜਿਹੜਾ ਕਿ ਆਸਟ੍ਰੇਲੀਆ ਦੇ ਵਿੱਚ ਹੈ। ਤਾਂ ਇਹ ਪਹਿਲੀਆਂ ਗੇਮ ਸੀਗੀਆਂ ਜਿਹੜੀਆਂ ਇਕੁਏਟਰ ਤੋਂ ਹੇਠਾਂ ਹੋਈਆਂ। ਇਸ ਤੋਂ ਪਹਿਲਾਂ ਸਾਰੀਆਂ ਸੀ ਜਿਹੜੀਆਂ ਇਕੁਏਟਰ ਦੇ ਉੱਪਰ ਨਾਰਥਰਨ ਹੈਮੀਸਫੀਅਰ ਦੇ ਵਿੱਚ ਹੋਈਆਂ ਸੀ। 1956 ਦੀਆਂ ਪਹਿਲੀਆਂ ਓਲੰਪਿਕਸ ਸੀ ਜਿਹੜੀਆਂ ਸਾਊਥਰਨ ਹੈਮੀਸਫੀਅਰ ਦੇ ਵਿੱਚ ਹੋਈਆਂ, ਮੈਲਬਰਨ ਦੇ ਵਿੱਚ ਹੋਈਆਂ। ਤਾਂ ਦੇਖੋ ਜਿਹੜਾ ਕਰੋਨਾ ਵਾਲਾ ਸਾਡਾ ਕੁਆਰੰਟਾਈਨ ਹੈ, ਤਾਂ ਉਸ ਸਮੇਂ ਵੀ ਇਹ ਆਪਣਾ ਪਾਵਰ ਦੇ ਵਿੱਚ ਹੈਗਾ ਸੀਗਾ। ਕੁਛ ਕਾਰਨਾਂ ਕਰਕੇ ਕੁਆਰੰਟਾਈਨ ਲੱਗਿਆ ਹੋਇਆ ਸੀਗਾ ਉੱਥੇ। ਤਾਂ ਕੁਛ ਇਵੈਂਟ ਸੀ ਜਿਹੜੇ ਉਹ ਸਟਾਕਹੋਮ ਦੇ ਵਿੱਚ ਕਰਵਾਏ ਗਏ, ਕੁਛ ਸਵੀਡਨ ਦੇ ਵਿੱਚ ਕਰਵਾਏ ਗਏ। ਤਾਂ ਉਸ ਤੋਂ ਬਾਅਦ ਜੀ ਮੈਲਬੌਰਨ ਸਲਿਊਟ ਸੀ ਜਿਹੜਾ ਉਹ ਸ਼ੁਰੂ ਹੋਇਆ ਇਹਨਾਂ ਖੇਡਾਂ ਦੇ ਵਿੱਚ। ਤਾਂ ਮੈਲਬੌਰਨ ਦੇ ਵਿੱਚ ਇੰਡੀਆ ਦੀ ਹਾਕੀ ਦੀ ਟੀਮ ਫਿਰ ਗੋਲਡ ਮੈਡਲ ਲੈ ਕੇ ਆਉਂਦੀ ਹੈ। ਰੋਮ ਇਟਲੀ ਦੀਆਂ 1960 ਦੀਆਂ ਓਲੰਪਿਕਸ ਜਿੱਥੇ ਮਿਲਖਾ ਸਿੰਘ ਜੀ ਆਪਣੇ ਭੱਜੇ ਸੀਗੇ 400 ਮੀਟਰ ਦੀ ਫਾਈਨਲ ਰੇਸ। ਤਾਂ ਇਹ ਪਹਿਲੀਆਂ ਖੇਡਾਂ ਸੀ ਜਿਨ੍ਹਾਂ ਦਾ ਬਰੋਡਕਾਸਟ ਇੰਟਰਨੈਸ਼ਨਲੀ ਟੈਲੀਵਿਜ਼ਨ ਦੇ ਵਿੱਚ ਹੋਇਆ। ਗਲੋਬਲ ਲੈਵਲ ਦੇ ਉੱਪਰ ਇਹ ਖੇਡਾਂ ਸੀ ਜਿਹੜੀਆਂ ਪਹੁੰਚੀਆਂ ਜੀ। ਉਸ ਤੋਂ ਬਾਅਦ ਇਥੋਪੀਅਨ ਅਬੇਬੇ ਬਿਕਿਲਾ ਸੀ ਜਿਹੜੇ ਉਹਨਾਂ ਨੇ ਮੈਰਾਥਨ ਜਿੱਤੀ ਹੈ, ਅਤੇ ਉਹ ਪਹਿਲੇ ਅਫਰੀਕਨ ਬੰਦੇ ਸੀ ਜਿਹੜੇ ਓਲੰਪਿਕ ਚੈਂਪੀਅਨ ਬਣੇ।
ਐਬੇਬੇ ਬਿਕਿਲਾ। ਤੇ ਉਸ ਤੋਂ ਬਾਅਦ ਜੀ ਖੇਡਾਂ, ਕਿਉਂਕਿ ਰੋਮ ਇੱਕ ਬਹੁਤ ਜ਼ਿਆਦਾ ਮਸ਼ਹੂਰ ਸ਼ਹਿਰ ਰਿਹਾ ਪ੍ਰਾਚੀਨ ਸਮੇਂ ਦਾ, ਤਾਂ ਉਹਨਾਂ ਨੇ ਆਪਣੇ ਜਿਹੜੇ, ਜਦੋਂ ਤੁਸੀਂ ਹਿਸਟਰੀ ਪੜ੍ਹੋਗੇ ਇਹਨਾਂ ਦੀ, ਤਾਂ ਕੋਲੋਸਮ ਵਰਗੇ ਆ ਗਏ ਹੈ ਨਾ, ਤਾਂ ਇਹਨਾਂ ਦੇ ਮਿਊਜ਼ਿਕ ਸਕੂਲ ਅਲੱਗੋ ਅਲੱਗ ਸੀ, ਗਲੈਡੀਏਟਰ ਸਕੂਲ ਅਲੱਗੋ ਅਲੱਗ ਸੀਗੇ। ਤਾਂ ਉਹ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਇਹਨਾਂ ਨੇ ਆਪਣੀਆਂ ਰੀਪ੍ਰਜੈਂਟ ਕੀਤੀਆਂ ਇਹਨਾਂ ਦੇ ਓਲੰਪਿਕ ਗੇਮਸ ਦੇ ਵਿੱਚ। ਅੱਗੇ ਗੱਲ ਕਰ ਲਈਏ ਜੀ ਟੋਕੀਓ ਜਾਪਾਨ, ਤਾਂ ਪਹਿਲੀ ਵਾਰੀ ਏਸ਼ੀਆ ਕੌਂਟੀਨੈਂਟ ਦੇ ਵਿੱਚ ਖੇਡਾਂ ਹੁੰਦੀਆਂ ਨੇ ਜਿਹੜੀਆਂ ਟੋਕੀਓ ਦੇ ਵਿੱਚ ਜਾਪਾਨ ਦੇ ਵਿੱਚ ਹੁੰਦੀਆਂ ਨੇ 1964 ਦੇ ਵਿੱਚ ਜੀ। ਤਾਂ ਇੱਕ ਲਗਭਗ ਜਿਹੜਾ ਡੋਪਿੰਗ ਵਾਲਾ ਕੌਨਸੈਪਟ ਹੈ 1960 ਦੇ ਵਿੱਚੋਂ ਸ਼ੁਰੂ ਹੋ ਗਿਆ ਸੀ। ਜਿਹੜੇ ਲੌਂਗ ਰਨਰ ਜਾਂ ਸਾਈਕਲਿਸਟ ਸੀ ਉਹਨਾਂ ਨੇ ਡੋਪਿੰਗ ਲੈਣੀ ਸ਼ੁਰੂ ਕਰਤੀ ਸੀ। ਤਾਂ ਹੌਲੀ ਹੌਲੀ ਅੱਗੇ ਜਾ ਕੇ 1999 ਦੇ ਵਿੱਚ ਫਿਰ ਵਾਡਾ ਵਰਲਡ ਐਂਟੀ ਡੋਪਿੰਗ ਏਜੰਸੀ ਬਣਾਈ ਜਾਂਦੀ ਹੈ ਜਿਹੜੀ ਡੋਪਿੰਗ ਦਾ ਧਿਆਨ ਰੱਖਦੀ ਹੈ। ਉਹ ਤੋਂ ਪਹਿਲਾਂ 1988 ਦੀਆਂ ਸਿਓਲ ਓਲੰਪਿਕ ਦੇ ਵਿੱਚ ਬੈਨਸਨ ਜੌਨਸਨ ਹੈ ਜਿਹੜਾ, ਉਹਦਾ ਵੀ ਡਰੱਗ ਟੈਸਟ ਹੈ ਜਿਹੜਾ ਪੋਜ਼ੀਟਿਵ ਪਾਇਆ ਜਾਂਦਾ, ਉਹਨੇ ਐਨਾਬੋਲਿਕ ਸਟੀਰੋਇਡ ਲਈ ਸੀ ਹੈ ਨਾ। ਅੱਗੇ ਜਾ ਕੇ ਗੱਲ ਕਰਾਂਗੇ ਇਹਨਾਂ ਦੀ। ਤਾਂ ਅੱਗੇ ਜੀ ਜਾਪਾਨ ਦੀ ਜਿਹੜੀ ਬੁਲੇਟ ਟ੍ਰੇਨ ਹੈ ਉਹ ਵੀ ਇੰਟਰੋਡਿਊਸ ਕੀਤੀ ਗਈ ਸੀਗੀ ਇਹਨਾਂ ਇਵੈਂਟਸ ਦੇ ਵਿੱਚ, ਤਾਂ ਕਿ ਉਹ ਆਪਣੀ ਟੈਕਨੋਲੋਜੀ ਸੀ ਜਿਹੜੀ ਉਹ ਸੰਸਾਰ ਨੂੰ ਦਿਖਾਉਣਾ ਚਾਹੁੰਦੇ ਸੀ। 1964 ਦੀਆਂ ਟੋਕੀਓ ਓਲੰਪਿਕਸ ਏਸ਼ੀਆ ਦੇ ਵਿੱਚ ਹੋਣ ਵਾਲੀਆਂ ਪਹਿਲੀਆਂ ਓਲੰਪਿਕਸ ਸੀ। ਇੱਥੇ ਜਿਹੜੀਆਂ ਰੋਮ ਓਲੰਪਿਕ ਸੀ, ਇੱਥੇ ਇੰਡੀਆ ਦਾ ਹਾਕੀ ਦਾ ਸਿਲਵਰ ਮੈਡਲ ਰਹਿ ਗਿਆ ਸੀ, ਪਰ ਅੱਗੇ ਜਾ ਕੇ 64 ਦੇ ਵਿੱਚ ਦੁਬਾਰਾ ਫਿਰ ਅਸੀਂ ਨੇ ਗੋਲਡ ਮੈਡਲ ਲਿਆ। ਮੈਕਸੀਕੋ ਦੇ ਵਿੱਚ ਹੋਣ ਵਾਲੀਆਂ ਓਲੰਪਿਕਸ ਬੜੀਆਂ ਕੰਟਰੋਵਰਸ਼ੀਅਲ ਰਹੀਆਂ ਨੇ। ਇੱਕ ਤਾਂ ਰੇਸਿਜ਼ਮ ਕਰਕੇ, ਟੌਮੀ ਸਮਿਥ ਤੇ ਜੌਨ ਕਾਰਲੋਸ ਸੀਗੇ ਜਿਹੜੇ, ਇਹਨਾਂ ਨੇ ਰੇਸਿਜ਼ਮ ਦੇ ਖਿਲਾਫ ਸੀ ਜਿਹੜਾ ਆਪਣਾ ਆਵਾਜ਼ ਬੁਲੰਦ ਕੀਤੀ ਸੀਗੀ। ਦੂਸਰਾ ਵੱਡਾ ਜਿਹੜੀ ਪ੍ਰੋਬਲਮ ਉਹ ਹੈਗੀ ਸੀ ਜੀ, ਕਿਉਂਕਿ ਇਹ ਖੇਡਾਂ ਹਾਈ ਐਲਟੀਟਿਊਡ ਦੇ ਉੱਪਰ ਕਰਵਾਈਆਂ ਗਈਆਂ ਸੀ, ਤਾਂ ਇਹਨਾਂ ਖੇਡਾਂ ਕਰਕੇ ਬਹੁਤ ਸਾਰੇ ਇਵੈਂਟਸ ਜਿਹੜੇ ਹੈਗੇ ਸੀ ਉਹਨਾਂ ਦੇ ਉੱਪਰ ਅਸਰ ਪਿਆ। ਤਾਂ ਜਿਹੜੇ ਤਾਂ ਐਨਾਰੋਬਿਕ ਇਵੈਂਟ ਸੀਗੇ ਉਹਨਾਂ ਦੇ ਉੱਪਰ ਜ਼ਿਆਦਾ ਅਸਰ ਨਹੀਂ ਪਿਆ, ਪਰ ਜਿਹੜੇ ਐਰੋਬਿਕ ਹੈਗੇ ਸੀ ਉਹਨਾਂ ਦੇ ਉੱਪਰ ਜ਼ਿਆਦਾ ਅਸਰ ਪਿਆ। ਇਸ ਤੋਂ ਇਲਾਵਾ ਜਿਹੜੇ ਜੰਪਿੰਗ ਜਾਂ ਥਰੋਇੰਗ ਇਵੈਂਟ ਸੀ, ਤਾਂ ਹਾਈ ਐਲਟੀਟਿਊਡ ਕਰਕੇ ਗ੍ਰੈਵਿਟੀ ਘੱਟ ਸੀ, ਉਹਨਾਂ ਦੀ ਪਰਫੋਰਮੈਂਸ ਲੋੜ ਤੋਂ ਵੱਧ ਆਈ। ਬਹੁਤ ਸਾਰੇ ਨਵੇਂ ਰਿਕਾਰਡ ਸੀ ਜਿਹੜੇ ਉਹ ਸੈੱਟ ਹੋਏ ਇਸ ਓਲੰਪਿਕਸ ਦੇ ਵਿੱਚ। ਅੱਗੇ ਜੀ ਫੋਸਬਰੀ ਫਲੋਪ ਇੱਕ ਹਾਈ ਜੰਪ ਦੇ ਵਿੱਚ ਵਰਤੀ ਜਾਣ ਵਾਲੀ ਟੈਕਨੀਕ ਹੈ ਜਿਹੜੀ ਕਿ ਡਿਕ ਫੋਸਬਰੀ ਨੇ ਪਹਿਲੀ ਵਾਰ ਵਰਤੀ ਸੀ, ਅਤੇ ਅੱਜ ਕੱਲ੍ਹ ਇਹ ਜਿਹੜੀ ਟੈਕਨੀਕ ਹੈ ਇਹੀ ਯੂਜ਼ ਕੀਤੀ ਜਾਂਦੀ ਹੈ ਹਾਈ ਜੰਪ ਦੇ ਵਿੱਚ। ਤਾਂ ਪਹਿਲੀ ਵਾਰ 1968 ਦੀਆਂ ਓਲੰਪਿਕਸ 'ਚ ਯੂਜ਼ ਕੀਤੀ ਗਈ ਸੀ। ਅੱਗੇ ਆ ਗਈਆਂ ਜੀ ਮਿਊਨਿਕ ਵੈਸਟ ਜਰਮਨੀ ਦਾ ਇੱਕ ਸ਼ਹਿਰ ਹੈਗਾ 1972 ਦੇ ਵਿੱਚ। ਤਾਂ ਜਰਮਨ ਵੀ ਹੈ ਜਿਹੜਾ ਉਹ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀਗਾ ਜੀ, ਈਸਟ ਜਰਮਨ ਅਤੇ ਵੈਸਟ ਜਰਮਨ। ਤਾਂ ਉਹਨੂੰ ਇੱਕ ਜਿਹੜੀ ਬਰਲਿਨ ਵਾਲ ਕਿਹਾ ਜਾਂਦਾ, ਇੱਕ ਕੰਧ ਦੇ ਨਾਲ ਲੋਕਾਂ ਨੂੰ ਸੈਪਰੇਟ ਕਰ ਦਿੱਤਾ ਗਿਆ ਸੀ, ਜਿਹੜੀ ਕਿ ਬਾਅਦ ਦੇ ਵਿੱਚ 1990 ਦੇ ਅਰਾਊਂਡ ਮੇਰਾ ਖਿਆਲ ਹੈ ਇਹ ਕੰਧ ਸੀ ਜਿਹੜੀ ਲੋਕਾਂ ਨੇ ਆਪ ਹੀ ਢਾਹਤੀ ਸੀ। ਜਿਵੇਂ ਅਸੀਂ ਸਪੋਜ਼ ਕਰੀਏ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਸਰਹੱਦ ਖਿੱਚ ਦਿੱਤੀ ਗਈ ਹੈ, ਤਾਂ ਲੋਕ ਮਿਲ ਕੇ ਸਾਰੀਆਂ ਸਰਹੱਦਾਂ ਢਾਹ ਦੇਣ, ਤਾਂ ਐਵੇਂ ਇੱਕ ਦੀਵਾਰ ਸੀ ਜਿਹੜੀ ਇੱਕ ਦੇਸ਼ ਦੇ ਵਿੱਚ ਰਾਤੋਂ ਰਾਤ ਖਿੱਚ ਦਿੱਤੀ ਗਈ। ਦੋ ਹਿੱਸਿਆਂ ਦੇ ਵਿੱਚ ਇੱਕ ਦੇਸ਼ ਵੰਡਤਾ, ਈਸਟ ਅਤੇ ਵੈਸਟ ਜਰਮਨੀ। ਪਰ ਲੋਕਾਂ ਨੇ ਸਰਕਾਰਾਂ ਦੇ ਉੱਪਰ ਦੀ ਹੋ ਕੇ ਉਹ ਕੰਧ ਢਾਹ ਕੇ ਆਪਣੇ ਇੱਕ ਦੂਜੇ ਨੂੰ ਗਲੇ ਨਾਲ ਲਾਇਆ ਸੀ। ਤਾਂ 1972 ਦੀਆਂ ਓਲੰਪਿਕਸ ਨੇ ਜਿਹੜੀਆਂ, ਇਹਨਾਂ ਦੇ ਵਿੱਚ ਇੱਕ ਬੜਾ ਵੱਡਾ ਇਵੈਂਟ ਹੋਇਆ ਸੀ ਜਿਹੜੀ ਅਸੀਂ ਨੇ ਪਹਿਲਾਂ ਗੱਲ ਕੀਤੀ ਹੈ ਕਿ ਫਿਲਿਸਤੀਨ ਜਾਂ ਪੈਲਸਟੀਨੀਅਨ ਜਿਹੜੇ ਕੁਛ ਬੰਦੇ ਸੀ ਉਹਨਾਂ ਨੇ ਇਜ਼ਰਾਈਲ ਦੇ ਐਥਲੀਟਾਂ ਨੂੰ ਹੋਸਟੇਜ ਬਣਾ ਕੇ ਮਾਰਤਾ ਸੀ। 11 ਇਜ਼ਰਾਈਲ ਬੰਦੇ ਸੀ ਜਿਹੜੇ ਉਹ ਮਾਰ ਦਿੱਤੇ ਗਏ ਸੀਗੇ। ਤਾਂ ਬਾਅਦ ਦੇ ਵਿੱਚ ਜਿਹੜੀ ਮੁਸਾਦ ਇੰਟੈਲੀਜੈਂਸੀਆ ਮੰਨਿਆ ਜਾਂਦਾ, ਉਹਨਾਂ ਨੇ ਸਾਰਿਆਂ ਨੂੰ ਲੱਭ ਕੇ ਮਾਰਿਆ ਸੀ। 1972 ਦੀਆਂ ਇਹਨਾਂ ਓਲੰਪਿਕਸ ਦੇ ਉੱਪਰ ਇੱਕ ਮੂਵੀ ਵੀ ਬਣੀ ਹੈ, ਉਹਦਾ ਨਾਮ ਮਿਊਨਿਕ ਹੀ ਹੈ, ਨੈੱਟਫਲਿਕਸ ਦੇ ਉੱਪਰ ਹੈ, ਤੁਸੀਂ ਦੇਖ ਸਕਦੇ ਹੋ। ਅੱਗੇ ਜੀ ਇਹਦੇ ਵਿੱਚ ਜਿਹੜਾ ਇਹ ਸੀਗਾ, ਦੇਖੋ ਮੀਡੀਆ ਦਾ ਜਿਹੜਾ ਰੋਲ ਹੈ ਉਹ ਅੱਗੇ ਜਾ ਕੇ ਵੱਧਦਾ ਹੀ ਜਾਊਗਾ, ਟੈਕਨੋਲੋਜੀ ਹੈ ਜਿਹੜੀ ਉਹ ਅੱਗੇ ਜਾ ਕੇ ਇਨਕਰੀਜ਼ ਹੁੰਦੀ ਰਹੂਗੀ। ਅੱਗੇ ਜੀ ਜਿਹੜਾ ਇੱਕ ਮੇਰਾ ਖਿਆਲ ਹੈ ਮੈਸਕੋਟ ਨੇ ਜਿਹੜੇ ਵਰਤੇ ਜਾਣ ਵਾਲੇ, ਉਹ 1968 ਜਾਂ 1972 ਦੇ ਵਿੱਚ ਹੀ ਸਟਾਰਟ ਹੋਏ ਸੀ, ਇੱਕ ਵਾਰ ਚੈੱਕ ਕਰ ਲਿਓ। ਅੱਗੇ ਗੱਲ ਕਰ ਲਈਏ ਜੀ ਮੌਂਟਰੀਅਲ ਓਲੰਪਿਕਸ ਕੈਨੇਡਾ ਦੇ ਵਿੱਚ ਹੋਈਆਂ ਸੀਗੀਆਂ। ਤਾਂ ਇਹ ਓਲੰਪਿਕਸ ਸੀ ਜਿਹੜੇ ਇਹਨਾਂ ਦੇ ਵਿੱਚ ਖਰਚਾ ਬਹੁਤ ਜ਼ਿਆਦਾ ਹੋ ਗਿਆ ਸੀਗਾ, ਤਾਂ ਇਹਨਾਂ ਦਾ ਇਹ ਮੰਨਿਆ ਜਾਂਦਾ ਕਿ 2006 ਤੱਕ ਆ ਕੇ ਇਹ ਕਰਜ਼ ਮੁਕਤ ਹੋਏ ਸੀ ਇਸ ਖੇਡਾਂ ਕਰਕੇ। ਸ਼ਹਿਰ ਹੈ ਜਿਹੜਾ, ਤਾਂ ਬਹੁਤ ਜ਼ਿਆਦਾ ਖਰਚਾ ਮੌਂਟਰੀਅਲ ਓਲੰਪਿਕਸ ਦੇ ਵਿੱਚ ਇਹਨਾਂ ਦਾ ਹੋ ਗਿਆ ਸੀਗਾ। ਤਾਂ ਇੱਕ ਓਲੰਪਿਕ ਦੇ ਵਿੱਚ ਖਾਸ ਚੀਜ਼ ਸੀ ਜੀ, ਇੱਕ ਰੋਮੇਨੀਅਨ ਜਿਮਨਾਸਟ ਸੀ ਨਾਦੀਆ ਕੋਮੈਂਸੀ। ਤਾਂ ਉਹਨਾਂ ਨੇ ਪਹਿਲੀ ਵਾਰ ਜਿਮਨਾਸਟਿਕ ਦੇ ਵਿੱਚ ਜਦੋਂ ਜਿਹੜੇ ਸਕੋਰ ਦਿੱਤੇ ਜਾਂਦੇ ਨੇ ਉਹ ਆਊਟ ਆਫ 10 ਦਿੱਤੇ ਜਾਂਦੇ, ਤਾਂ ਪਹਿਲੀ ਵਾਰ ਉਹਨਾਂ ਨੇ ਜਿਹੜੇ 10 ਦੇ 10 ਸਕੋਰ ਸੀ ਉਹ ਸਿਕਿਉਰ ਕੀਤੇ। ਅੱਗੇ ਗੱਲ ਕਰਦੇ ਹਾਂ ਜੀ ਅਫਰੀਕਾ ਵਾਲੇ ਬੰਦਿਆਂ ਨੇ ਇਹਦਾ ਬਾਈਕਾਟ ਕੀਤਾ ਡਿਊ ਟੂ ਪਾਰਟੀਸਪੇਸ਼ਨ ਆਫ ਨਿਊਜ਼ੀਲੈਂਡ, ਹੈ ਨਾ। ਇਹਨਾਂ ਦਾ ਕੋਈ ਆਪਣਾ ਮਸਲਾ ਸੀਗਾ ਜਿਹਦੇ ਕਰਕੇ ਅਫਰੀਕਨ ਕੰਟਰੀਆਂ ਸੀ ਜਿਹੜੀਆਂ 22 ਕੰਟਰੀਆਂ ਸੀ ਜਿਹੜੀਆਂ ਉਹਨਾਂ ਨੇ ਵਿਦਡਰਾਅ ਕੀਤਾ ਇਹਨਾਂ ਓਲੰਪਿਕ ਗੇਮਸ ਦੇ ਵਿੱਚੋਂ। ਅੱਗੇ ਜੀ 1980 ਦੀਆਂ ਜਿਹੜੀਆਂ ਗੇਮਸ ਆਉਂਦੀਆਂ ਨੇ, ਮਾਸਕੋ
ਫਿਰ ਸੋਵੀਅਤ ਯੂਨੀਅਨ, ਜੇ ਅੱਜ ਕੱਲ੍ਹ ਰਸ਼ੀਆ ਕਹਿੰਦੇ ਅਸੀਂ, ਮਾਸਕੋ ਦੇ ਵਿੱਚ ਹੁੰਦੀਆਂ ਨੇ। ਤਾਂ ਅੱਗੇ ਜੀ ਜਿਹੜੀਆਂ ਇਹ ਸੀਗੀਆਂ, ਇਹਨਾਂ ਦੇ ਵਿੱਚ ਵੀ ਪੋਲੀਟੀਕਲ ਟੈਂਸ਼ਨ ਦੁਬਾਰਾ ਚੱਲ ਰਹੀਆਂ ਨੇ। ਸੇਮ ਸੋਵੀਅਤ ਯੂਨੀਅਨ ਨੇ ਜਿਹੜਾ ਉਹ ਹਮਲਾ ਕਰਤਾ ਸੀਗਾ ਅਫਗਾਨਿਸਤਾਨ 'ਤੇ, ਤਾਂ ਬਹੁਤ ਸਾਰੀਆਂ ਜਿਹੜੀਆਂ ਵੈਸਟਰਨ ਕੰਟਰੀਜ਼ ਨੇ ਉਹਨਾਂ ਨੇ ਕੀ ਕੀਤਾ ਸੀ, ਬਾਈਕਾਟ ਕਰ ਦਿੱਤਾ ਸੀ ਇਹਨਾਂ ਓਲੰਪਿਕਸ ਦਾ। ਤਾਂ ਉਸ ਤੋਂ ਬਾਅਦ ਫਿਰ ਵੀ ਇਸ ਦੇ ਬਾਵਜੂਦ ਬਹੁਤ ਸਾਰੇ ਜਿਹੜੇ ਦੇਸ਼ਾਂ ਨੇ ਇਹਦੇ ਵਿੱਚ ਭਾਗ ਲਿਆ, ਲਗਭਗ 80 ਦੇਸ਼ਾਂ ਨੇ ਭਾਗ ਲਿਆ ਇਸ ਦੇ ਵਿੱਚ। ਜਿਹੜੀ ਲਾਸਟ ਸੀ ਜੀ ਮੌਂਟਰੀਅਲ ਕੈਨੇਡਾ ਦੇ ਵਿੱਚ, ਬਹੁਤ ਸਾਰੀਆਂ ਕੁੜੀਆਂ ਨੇ ਬਹੁਤ ਵੱਡੀ ਮਾਤਰਾ 'ਚ ਭਾਗ ਲਿਆ। ਤਾਂ ਜਿੰਨੇ ਦੇਸ਼ਾਂ ਨੇ ਭਾਗ ਲਿਆ, ਲਗਭਗ ਹਰੇਕ ਦੇਸ਼ ਦੀ ਕੁੜੀ ਨੇ ਇਹਨਾਂ ਖੇਡਾਂ ਦੇ ਵਿੱਚ ਭਾਗ ਲਿਆ ਸੀਗਾ। ਅੱਗੇ ਮਾਸਕੋ ਦੀ ਗੱਲ ਕਰ ਰਹੇ ਸੀਗੇ ਜੀ ਆਪਾਂ, ਤਾਂ 80 ਕੰਟਰੀਆਂ ਨੇ ਭਾਗ ਲਿਆ। ਤਾਂ ਜਿਹੜੇ ਈਸਟ ਜਰਮਨ ਸੀਗੇ ਉਹਨਾਂ ਨੇ ਡੋਮੀਨੇਟ ਕੀਤਾ ਸਵਿਮਿੰਗ ਦੇ ਵਿੱਚ, ਅਤੇ ਬਹੁਤ ਵਰਲਡ ਰਿਕਾਰਡ ਬਣਾਏ ਗਏ ਇਹਦੇ ਵਿੱਚ। ਅਤੇ ਇਸ ਤੋਂ ਬਾਅਦ ਡੋਪਿੰਗ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਕੰਮ ਸ਼ੁਰੂ ਹੋ ਚੁੱਕਿਆ ਸੀਗਾ ਲਗਭਗ 1960 ਤੋਂ, ਅਤੇ ਲਗਾਤਾਰ ਚੱਲਦਾ ਆ ਰਿਹਾ ਸੀਗਾ। ਅਗਲੀਆਂ ਖੇਡਾਂ ਜੀ ਲਾਸ ਐਂਜਲਸ ਦੇ ਵਿੱਚ ਹੁੰਦੀਆਂ ਨੇ। ਪਹਿਲਾਂ 1932 ਦੇ ਵਿੱਚ ਹੋਈਆਂ ਸੀ, ਦੁਬਾਰਾ 1984 ਦੇ ਵਿੱਚ ਹੁੰਦੀਆਂ ਨੇ। ਤਾਂ ਇਹ ਖੇਡਾਂ ਨੇ ਜਿਹੜੀਆਂ ਇਕਨੋਮਿਕਲੀ ਸਭ ਤੋਂ ਸਫਲ ਖੇਡਾਂ ਮੰਨੀਆਂ ਜਾਂਦੀਆਂ ਨੇ। ਕੁਛ ਤਾਂ ਬਾਈਕਾਟ ਕਰਕੇ, ਪਰ ਕੁਛ ਹੈ ਜਿਹੜਾ ਉਹ ਸਪੋਂਸਰਸ਼ਿਪਾਂ ਜਿਹੜੀਆਂ ਉਹ ਕਾਰਪੋਰੇਟ ਸੈਕਟਰ ਤੋਂ ਆਉਣੀਆਂ ਸ਼ੁਰੂ ਹੋ ਗਈਆਂ ਸੀ। ਖੇਡਾਂ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਸਟਾਰਟ ਹੋ ਗਿਆ ਸੀ। ਤਾਂ ਜਿਹੜੀ ਅਸੀਂ ਨੇ ਜਿਮ ਅਥਾਰਟੀ ਦੀ ਗੱਲ ਕੀਤੀ ਸੀ, ਤਾਂ ਇੱਥੇ ਆ ਕੇ ਉਹਨਾਂ ਦੇ ਰੂਲ ਚੇਂਜ ਹੁੰਦੇ ਨੇ ਕਿ ਇੱਥੇ ਆ ਕੇ ਜਦੋਂ ਖੇਡਾਂ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਨੂੰ ਤੋਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ, ਖਿਡਾਰੀਆਂ ਨੂੰ ਪੈਸੇ ਦੇ ਕੇ ਆਪਣੀ ਟੀਮ ਦੇ ਵਿੱਚ ਖਿਡਾਇਆ ਜਾਂਦਾ ਆਪਣੇ ਦੇਸ਼ ਵੱਲੋਂ। ਤਾਂ ਫਿਰ ਇਸ 'ਤੇ ਸਵਾਲ ਉੱਠਦਾ ਕਿ 1912 ਦੇ ਵਿੱਚ ਜਿਮ ਅਥਾਰਟੀ ਜਦੋਂ ਥੋੜ੍ਹੇ ਜਿਹੇ ਪੈਸੇ ਲੈ ਕੇ, ਕਿਉਂਕਿ ਉਹਨੇ ਆਪਣੀ ਭੈਣ ਦਾ ਵਿਆਹ ਕਰਨਾ ਸੀ, ਕੁਝ ਪੈਸੇ ਲਏ ਸੀਗੇ 2 ਖੇਡਾਂ ਖੇਡ ਕੇ, ਤਾਂ ਉਸ ਬੰਦੇ ਦੇ ਮੈਡਲ ਵਾਪਸ ਵਿਚਾਰੇ ਦੇ ਕਿਉਂ ਲੈ ਗਏ, ਉਹਦੀ ਸਾਰੀ ਜ਼ਿੰਦਗੀ ਖਰਾਬ ਕਰਤੀ। ਤਾਂ ਉਹ ਆਰਟੀਕਲ ਪੜ੍ਹ ਕੇ ਤੁਹਾਨੂੰ ਪਤਾ ਲੱਗ ਜਾਏਗਾ। ਪਰ ਪ੍ਰੋਫੈਸ਼ਨਲਿਜ਼ਮ ਦਾ ਦੌਰ ਸੀਗਾ ਜਿਹੜਾ ਉਹ ਲਗਭਗ 1984 ਤੋਂ ਸਟਾਰਟ ਹੋ ਗਿਆ ਸੀ। ਅਗਲੀ ਇੰਪੋਰਟੈਂਟ ਚੀਜ਼ ਜੀ, ਕਾਰਲ ਲੂਇਸ ਸੀਗੇ ਜਿਹੜੇ ਇੱਕ ਅਮੈਰੀਕਨ ਟਰੈਕ ਅਤੇ ਫੀਲਡ ਐਥਲੀਟ ਸੀਗੇ। ਤਾਂ ਜਿਹੜਾ 1936 ਦੇ ਵਿੱਚ ਜੈਸੀ ਓਨਸ ਨੇ ਇੱਕ ਰਿਕਾਰਡ ਬਣਾਇਆ ਸੀ 100, 200 ਅਤੇ ਲੌਂਗ ਜੰਪ ਤੇ 4x100 ਮੀਟਰ ਰੀਲ ਦੇ ਵਿੱਚੋਂ ਗੋਲਡ ਮੈਡਲ ਜਿੱਤ ਕੇ। ਤਾਂ ਇਹਨਾਂ ਨੇ ਉਹਦੀ ਬਰਾਬਰੀ ਕੀਤੀ ਸੀਗੀ 1984 ਦੇ ਵਿੱਚ, ਜਿਹੜਾ 1936 ਦੇ ਵਿੱਚ ਜੈਸੀ ਓਨਸ ਨੇ ਰਿਕਾਰਡ ਬਣਾਇਆ ਸੀਗਾ। ਅੱਗੇ ਆ ਜਾਂਦੇ ਨੇ ਜੀ 1988 ਦੀਆਂ ਸਿਓਲ ਓਲੰਪਿਕ, ਸਾਊਥ ਕੋਰੀਆ 'ਚ ਹੋਣ ਵਾਲੀਆਂ ਪਹਿਲੀਆਂ ਸੀਗੀਆਂ। ਇਹ ਇੱਕ ਵੱਡਾ ਇਵੈਂਟ ਸੀ ਸਾਊਥ ਕੋਰੀਆ ਨੇ ਜਿਹੜਾ ਕੰਡਕਟ ਕੀਤਾ। ਤਾਂ ਇਹਨਾਂ ਖੇਡਾਂ ਦੀ ਖਾਸ ਗੱਲ ਸੀਗੀ ਕਿ ਕੈਨੇਡਾ ਦੇ ਜਿਹੜੇ ਸਪ੍ਰਿੰਟਰ ਸੀ ਬੈਨ ਜੌਨਸਨ, ਤਾਂ ਉਹਨਾਂ ਨੇ ਗੋਲਡ ਮੈਡਲ ਜਿੱਤਿਆ ਸੀ। ਪਰ ਬਾਅਦ ਦੇ ਵਿੱਚ ਜਦੋਂ ਉਹਨਾਂ ਦਾ ਜਿਹੜਾ ਟੈਸਟਿੰਗ ਕੀਤੀ ਗਈ, ਤਾਂ ਉਹਨਾਂ ਨੇ ਸਟੈਨੋਜੋਲ ਲਿਆ ਹੋਇਆ ਸੀਗਾ, ਜਿਹੜਾ ਕਿ ਇੱਕ ਐਨਾਬੋਲਿਕ ਸਟੀਰੋਇਡ ਹੈ। ਤਾਂ ਉਸ ਤੋਂ ਬਾਅਦ ਇਹ ਮੈਡਲ ਉਹਨਾਂ ਤੋਂ ਵਾਪਸ ਲੈ ਲਿਆ ਗਿਆ ਸੀ। ਅੱਗੇ ਗੱਲ ਕਰਦੇ ਹਾਂ ਜੀ ਬਾਰਸੀਲੋਨਾ ਓਲੰਪਿਕਸ ਦੀ, ਜਿਹੜੀਆਂ ਕਿ ਸਪੇਨ ਦੇ ਵਿੱਚ 1992 ਦੇ ਵਿੱਚ ਹੋਈਆਂ। ਤਾਂ ਇਹ ਖੇਡਾਂ ਸੀ ਜਿਹੜੀਆਂ 1992 ਦੇ ਵਿੱਚ ਕਰਵਾਈਆਂ ਜਾਂਦੀਆਂ ਨੇ। ਇਹਨਾਂ ਖੇਡਾਂ ਦੇ ਵਿੱਚ ਜੀ ਪ੍ਰੋਫੈਸ਼ਨਲ ਬਾਸਕਟਬਾਲ ਪਲੇਅਰ ਦੇਖੋ ਇੰਟਰੋਡਿਊਸ ਹੁੰਦੇ ਨੇ। ਤਾਂ ਡਰੀਮ ਟੀਮ ਯੂਨਾਈਟਿਡ ਸਟੇਟਸ ਨੇ ਜਿਹੜੇ NBA ਵਾਲੇ ਨੇ ਉਹ ਬਣਾ ਕੇ ਲੈ ਕੇ ਆਉਂਦੇ ਨੇ। ਅੱਗੇ ਸਪ੍ਰਿੰਟਰ ਜਿਹੜੀ ਲਿਨਫੋਰਡ ਕ੍ਰਿਸਟੀ ਬਿਕੇਮ ਦਾ ਫਸਟ ਬ੍ਰਿਟਿਸ਼ ਐਥਲੀਟ ਟੂ ਵਿਨ ਦਾ ਓਲੰਪਿਕ ਗੋਲਡ ਮੈਡਲ ਇਨ ਦਾ ਮੈਨਸ 100 ਮੀਟਰ ਰੇਸ। ਤਾਂ ਇਹ ਬੰਦਾ ਹੀ ਆ, ਮੁੰਡੇ ਨੇ, ਇਹਨੇ ਉਹ ਜਿਹੜਾ ਜਿੱਤਿਆ ਸੀ, ਪਹਿਲਾ ਬ੍ਰਿਟਿਸ਼ ਬੰਦਾ ਸੀ ਜਿਹਨੇ 100 ਮੀਟਰ ਦਾ ਖਿਤਾਬ ਆ ਜਿਹੜਾ ਉਹ ਜਿੱਤਿਆ। ਅੱਗੇ ਗੱਲ ਕਰਦੇ ਹਾਂ ਅਸੀਂ 1996 ਦੀਆਂ ਅਟਲਾਂਟਾ ਓਲੰਪਿਕਸ ਦੀ। ਤਾਂ ਇਹ ਓਲੰਪਿਕਸ ਦੇ ਵਿੱਚ ਇੱਕ ਟ੍ਰੈਜਡੀ ਹੋ ਗਈ ਸੀ, ਇਹ 'ਚ ਵੀ ਇੱਕ ਬੰਬ ਚੱਲ ਗਿਆ ਸੀਗਾ, 2 ਡੈਥ ਸੀ ਜਿਹੜੀਆਂ ਹੋ ਗਈਆਂ ਸੀ। ਉਸ ਤੋਂ ਬਾਅਦ ਇਹਦੇ ਵਿੱਚ ਕੁੜੀਆਂ ਦੀ ਸ਼ੌਕਰ ਹੈ ਜਿਹੜੀ ਉਹ ਸਟਾਰਟ ਕੀਤੀ ਗਈ ਜੀ। ਮੁਹੰਮਦ ਅਲੀ ਜਿਹੜੇ ਇੱਕ ਬੜੇ ਤਕੜੇ ਆਪਣੇ ਸਮੇਂ ਦੇ ਬਾਕਸਰ ਸੀਗੇ। ਤਾਂ ਉਹਨਾਂ ਨੇ ਜਿਹੜੇ ਆਪਣੇ ਸਮੇਂ ਦੇ ਬੜੇ ਤਕੜੇ ਬਾਕਸਰ ਸੀ, ਉਹਨਾਂ ਨੇ ਕਲੋਜ਼ਿੰਗ ਜਿਹੜੀ ਓਪਨਿੰਗ ਸੈਰਾਮਨੀ ਹੈ ਉਹਦੇ ਵਿੱਚ ਆਪਣੇ ਜਿਹੜਾ ਯੋਗਦਾਨ ਉਹ ਪਾਇਆ ਸੀਗਾ। ਅਗਲੀ ਇੰਪੋਰਟੈਂਟ ਗੱਲ ਜੀ ਅਟਲਾਂਟਾ ਓਲੰਪਿਕ ਸੀ ਜਿਹੜੀ, ਇਹਦੇ ਵਿੱਚ ਲਿਐਂਡਰ ਪੇਸ ਨੇ ਟੈਨਿਸ ਦੇ ਵਿੱਚ ਇੱਕ ਤਗਮਾ ਜਿੱਤਿਆ ਸੀ ਇੰਡੀਆ ਦੇ ਲਈ। ਸਿਡਨੀ ਓਲੰਪਿਕਸ 2000 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਹੁੰਦੀਆਂ ਨੇ ਜੀ। ਤਾਂ ਇੱਥੇ ਜਿਹੜਾ ਓਪੇਰਾ ਹਾਊਸ ਅਤੇ ਸਿਡਨੀ ਦਾ ਹਾਰਬਰ ਹਾਊਸ ਹੈ, ਜਿਹੜਾ ਹਾਰਬਰ ਬ੍ਰਿਜ ਹੈ ਉਹ ਬੜੇ ਵੱਡੇ ਸਿੰਬਲ ਸੀਗੇ ਜਿਹੜੇ ਉਹ ਰੀਪ੍ਰਜੈਂਟ ਕੀਤੇ ਗਏ ਇਹਨਾਂ ਗੇਮਸ ਦੇ ਵਿੱਚ। ਕੈਥੀ ਫਰੀਮੈਨ ਆਸਟ੍ਰੇਲੀਅਨ ਦੇ ਇੱਕ ਐਥਲੀਟ ਸੀ ਜਿਨ੍ਹਾਂ ਨੇ ਗੋਲਡ ਮੈਡਲ ਜਿੱਤਿਆ ਕੁੜੀਆਂ ਦੀ 400 ਮੀਟਰ ਰੇਸ ਦੇ ਵਿੱਚ। ਇੱਕ ਆਈਕੋਨਿਕ ਜਿਹੜੀ ਪਰਸਨੈਲਿਟੀ ਸੀ ਉਹ ਬਣੀ। ਤਾਂ ਸਿਡਨੀ ਦੇ ਵਿੱਚ ਇੱਕ ਕਰਨ ਮਲੇਸ਼ਵਰੀ, ਉਹਨਾਂ ਦਾ ਵੀ ਸਾਡਾ ਵੇਟ ਲਿਫਟਿੰਗ ਦੇ ਵਿੱਚੋਂ ਮੈਡਲ ਆਇਆ ਇੰਡੀਆ ਦੇ ਲਈ। ਉਸ ਤੋਂ ਬਾਅਦ ਜੀ ਏਥਨਸ ਦੇ ਵਿੱਚ ਪਹਿਲੀਆਂ ਗੇਮਾਂ 1896 ਦੇ ਵਿੱਚ ਹੋਈਆਂ ਸੀ। ਉਸ ਤੋਂ ਬਾਅਦ ਜੀ 108 ਸਾਲਾਂ ਦੇ ਬਾਅਦ ਦੁਬਾਰੇ
ਫਿਰ ਦੁਬਾਰਾ ਫਿਰ ਏਥਨਸ ਦੇ ਵਿੱਚ ਪਰਤਦੀਆਂ ਨੇ, ਤਾਂ ਬਹੁਤ ਸਾਰਾ ਪੈਸਾ ਜਿਹੜਾ ਉਹ ਏਥਨਸ ਦੇ ਦੁਆਰਾ ਖਰਚਿਆ ਜਾਂਦਾ ਇਹਨਾਂ ਖੇਡਾਂ ਦੇ ਉੱਪਰ। ਅਤੇ ਉਸ ਤੋਂ ਬਾਅਦ ਇਹ ਦੇਸ਼ ਹੈ ਜਿਹੜਾ ਥੋੜ੍ਹੇ ਸਮੇਂ ਦੇ ਲਈ ਕਰਜ਼ਈ ਵੀ ਹੋ ਗਿਆ ਸੀਗਾ। ਤਾਂ ਦੁਬਾਰਾ 108 ਸਾਲਾਂ ਬਾਅਦ ਵਾਪਸ ਪਰਤਦੀਆਂ ਨੇ ਜੀ। ਓਪਨਿੰਗ ਸੈਰਾਮਨੀ ਹੈ ਜਿਹੜੀ ਉਹ ਗ੍ਰੀਕ ਹਿਸਟਰੀ ਜੇ ਮਿਥੋਲੋਜੀ ਹੈ ਜਿਹੜੀ ਉੱਥੋਂ ਦੀ ਉਹਨੂੰ ਟ੍ਰਿਬਿਊਟ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਮੈਰਾਥਨ ਰੇਸ ਹੈ ਜਿਹੜੀ ਉਹ ਦੁਬਾਰੇ ਜਿੱਥੋਂ ਪੁਰਾਣੀ ਲੱਗੀ ਸੀਗੀ ਮੈਰਾਥਨ ਤੋਂ, ਉੱਥੋਂ ਮੈਰਾਥਨ ਤੋਂ ਏਥਨਸ ਤੱਕ ਲਵਾਈ ਗਈ ਸੀਗੀ ਪੈਨ ਐਥਨਿਕ ਸਟੇਡੀਅਮ 'ਚ ਆ ਕੇ ਇਸ ਰੇਸ ਦਾ ਅੰਤ ਹੈ ਜਿਹੜਾ ਉਹ ਹੋਇਆ ਸੀ। ਇਸ ਦੇ ਵਿੱਚ ਰਾਜੇਵਰਧਨ ਸਿੰਘ ਰਾਠੌਰ ਇੰਡੀਆ ਦਾ ਨੇ ਮੈਡਲ ਲਿਆ ਸੀਗਾ ਇੰਡੀਆ ਦੇ ਲਈ। ਅੱਗੇ ਬੀਜ਼ਿੰਗ ਓਲੰਪਿਕਸ ਆਉਂਦੀਆਂ ਨੇ ਜੀ, ਚਾਈਨਾ ਦੇ ਵਿੱਚ ਹੋਈਆਂ ਸੀਗੀਆਂ। ਤਾਂ ਇਹਦੇ ਵਿੱਚ ਮਾਈਕਲ ਫਿਲਿਪਸ ਨੇ ਜਿਹੜੇ ਅਮਰੀਕਾ ਦੇ ਸਵਿਮਰ, ਉਹਨਾਂ ਨੇ ਇੱਕੋ ਓਲੰਪਿਕਸ ਦੇ ਵਿੱਚ 8 ਗੋਲਡ ਮੈਡਲ ਜਿੱਤ ਕੇ ਇਤਿਹਾਸ ਸਿਰਜਿਆ ਸੀਗਾ। ਉਸ ਤੋਂ ਬਾਅਦ ਇੰਡੀਆ ਦੇ ਲਈ ਅਭਿਨਵ ਬਿੰਦਰਾ ਨੇ 10 ਮੀਟਰ 에ਅਰ ਰਾਈਫਲ ਦੇ ਵਿੱਚ ਪੈਰਿਸ ਇਵੈਂਟ ਸੀ ਜਿਹੜਾ ਉਹਦੇ ਵਿੱਚ ਪੈਰਿਸ ਸੀ ਜਾਂ ਇਕੱਲਾ 100 ਮੀਟਰ ਰਾਈਫਲ ਸੀ, ਉਹਦੇ ਵਿੱਚ ਉਹਨਾਂ ਨੇ ਗੋਲਡ ਮੈਡਲ ਇੰਡੀਆ ਦੇ ਲਈ ਜਿੱਤਿਆ, ਪਹਿਲਾ ਗੋਲਡ ਮੈਡਲ 2008 ਦੀਆਂ ਬੀਜ਼ਿੰਗ ਓਲੰਪਿਕ। ਸੁਸ਼ੀਲ ਕੁਮਾਰ ਅਤੇ ਵਿਜੇਂਦਰ ਸਿੰਘ ਨੇ, ਸੁਸ਼ੀਲ ਕੁਮਾਰ ਨੇ ਰੈਸਲਿੰਗ ਦੇ ਵਿੱਚ ਅਤੇ ਵਿਜੇਂਦਰ ਸਿੰਘ ਨੇ ਬਾਕਸਿੰਗ ਦੇ ਵਿੱਚ ਜਿਹੜਾ ਬ੍ਰੌਂਜ਼ ਮੈਡਲ ਹੈ ਇੰਡੀਆ ਦੇ ਲਈ ਜਿੱਤਿਆ। ਉਸ ਤੋਂ ਬਾਅਦ ਜਿਹੜੇ ਉਹਨਾਂ ਦਾ ਜਿਹੜੀ ਵਿਜੇ ਰੱਥ ਹੈ ਜਿਹੜਾ ਉਸੇਨ ਬੋਲਟ ਦਾ ਇਹਨਾਂ ਬੀਜ਼ਿੰਗ ਓਲੰਪਿਕਸ ਤੋਂ ਹੀ ਸਟਾਰਟ ਹੁੰਦਾ 2008 ਤੋਂ। ਅੱਗੇ ਜੀ 2012 ਦੀਆਂ ਖੇਡਾਂ ਨੇ ਜਿਹੜੀਆਂ ਉਹ ਲੰਡਨ ਦੇ ਵਿੱਚ ਹੁੰਦੀਆਂ ਨੇ, ਯੂਨਾਈਟਿਡ ਸਟੇਟਸ ਦੇ ਵਿੱਚ ਹੁੰਦੀਆਂ ਨੇ। ਤਾਂ ਯੂਨਾਈਟਿਡ ਸਟੇਟਸ ਦੀਆਂ ਜਿਹੜੀਆਂ ਇਹ ਓਲੰਪਿਕਸ ਨੇ ਬੇਸਿਕਲੀ ਜਿਹੜੀਆਂ ਕਰਵਾਈਆਂ ਜਾਂਦੀਆਂ ਨੇ ਓਲੰਪਿਕ ਪਾਰਕ ਦੇ ਵਿੱਚ ਕਰਵਾਈਆਂ ਜਾਂਦੀਆਂ ਨੇ। ਤਾਂ ਇਹਨਾਂ ਦੇ ਵਿੱਚ ਵੀ ਇੰਡੀਆ ਦੇ ਮੈਡਲ ਨੇ ਜਿਹੜੇ ਸੁਸ਼ੀਲ ਕੁਮਾਰ ਦਾ ਮੈਡਲ ਆਉਂਦਾ, ਮੈਰੀ ਕੌਮ ਦਾ ਮੈਡਲ ਆਉਂਦਾ। ਇਹ ਜਾ ਕੇ ਅਸੀਂ ਅੱਗੇ ਮੈਡਲ ਟੈਲੀ ਦੀ ਗੱਲ ਕਰਾਂਗੇ। ਰੀਓ ਡੇ ਜਨੈਰੀਓ ਦੀ ਗੱਲ ਕਰਦੇ ਹਾਂ ਜੀ, ਬ੍ਰਾਜ਼ੀਲ ਦਾ ਇੱਕ ਸ਼ਹਿਰ ਹੈ। 2016 ਦੀਆਂ ਓਲੰਪਿਕਸ ਇੱਥੇ ਹੋਈਆਂ ਸੀ। ਪਹਿਲੀ ਵਾਰ ਸਾਊਥ ਅਮਰੀਕਾ ਵਾਲੀ ਸਾਈਡ 'ਤੇ ਓਲੰਪਿਕਸ ਹੋਈਆਂ ਸੀ ਬ੍ਰਾਜ਼ੀਲ ਦੇ ਵਿੱਚ। ਇਹਨਾਂ ਖੇਡਾਂ ਦੇ ਵਿੱਚ ਰਗਬੀ, 7 ਸਾਈਡ ਅਤੇ ਗੋਲਫ ਸੀ ਜਿਹੜੇ ਇਹ ਇੰਟਰੋਡਿਊਸ ਕੀਤੇ ਗਏ ਸੀਗੇ ਇਵੈਂਟ ਰੀਓ ਡੇ ਜਨੈਰੀਓ ਦੇ ਵਿੱਚ। ਅਤੇ ਇੱਥੇ ਪਹਿਲੀ ਵਾਰ ਬੈਡਮਿੰਟਨ ਦੇ ਵਿੱਚ ਜਿਹੜਾ ਸਿਲਵਰ ਮੈਡਲ ਸੀਗਾ PV ਸਿੰਧੂ ਨੇ ਉਹ ਜਿੱਤਿਆ। ਅੱਗੇ ਗੱਲ ਕਰਦੇ ਹਾਂ ਜੀ ਟੋਕੀਓ ਜਾਪਾਨ 2020-21 ਦੀ ਗੱਲ ਕਰ ਲਈਏ। ਕਰੋਨਾ ਕਰਕੇ ਜਿਹੜੀਆਂ ਇਹ ਪੋਸਟਪੋਨ ਕਰਨੀਆਂ ਪਈਆਂ ਸਾਨੂੰ। ਪਹਿਲੀਆਂ ਖੇਡਾਂ ਸੀ ਜਿਹੜੀਆਂ ਰੀਸ਼ਡਿਊਲ ਕੀਤੀਆਂ ਗਈਆਂ ਬਜਾਏ ਕੈਂਸਲ ਕਰਨ ਦੇ। ਇਹਦੇ ਵਿੱਚ ਕੁਛ ਨਵੀਆਂ ਸਪੋਰਟਸ ਸੀ ਜਿਹੜੀਆਂ ਸਕੇਟਬੋਰਡਿੰਗ, ਸਪੋਰਟ ਕਲਾਈਮਿੰਗ, ਸਰਫਿੰਗ ਅਤੇ ਕਰਾਟੇ ਇੰਟਰੋਡਿਊਸ ਕੀਤੀਆਂ ਗਈਆਂ ਜੀ। 2024 ਦੀਆਂ ਓਲੰਪਿਕਸ ਨੇ ਜਿਹੜੀਆਂ ਪੈਰਿਸ ਫਰਾਂਸ 'ਚ ਹੋ ਰਹੀਆਂ ਨੇ। 28 ਦੀਆਂ ਓਲੰਪਿਕ ਲਾਸ ਐਂਜਲਸ 'ਚ ਹੋ ਰਹੀਆਂ ਨੇ, ਯੂਨਾਈਟਿਡ ਸਟੇਟਸ ਦੇ ਵਿੱਚ ਹੋ ਰਹੀਆਂ ਨੇ ਜੀ। ਇਸ ਤੋਂ ਪਹਿਲਾਂ 1932 ਤੇ 1984 ਦੇ ਵਿੱਚ ਵੀ LA ਹੈ ਜਿਹੜਾ ਉਹ ਕੰਡਕਟ ਕਰਵਾ ਚੁੱਕਿਆ। ਅੱਗੇ ਗੱਲ ਕਰ ਲਈ ਥੋੜ੍ਹੀ ਜਿਹੀ ਅਸੀਂ ਮੈਰਾਥਨ ਦੀ ਜੀ। ਮੈਰਾਥਨ ਹੈ ਜਿਹੜੀ ਰੇਸ, ਇਹ ਇੱਕ ਬੰਦਾ ਸੀਗਾ ਫੈਡੀਪੀਡਿਸ ਜਿਹੜਾ ਕਿ ਗ੍ਰੀਕ ਮੈਸੇਂਜਰ ਸੀ। ਜਦੋਂ ਪੋਲੀਪਨੀਸ਼ੀਅਨ ਲੜਾਈ ਚੱਲ ਰਹੀ ਸੀਗੀ ਲਗਭਗ 5ਵੀਂ ਸੈਂਚੁਰੀ BCE ਦੇ ਵਿੱਚ, ਤਾਂ ਜਦੋਂ ਏਥਨਸ ਜਿੱਤ ਗਿਆ ਸੀ ਤਾਂ ਇੱਕ ਬੰਦਾ ਮੈਰਾਥਨ ਨਾਂ ਦੇ ਸ਼ਹਿਰ ਤੋਂ ਭੱਜ ਕੇ ਏਥਨਸ ਤੱਕ ਇਹ ਦੱਸਣ ਆਇਆ ਸੀ ਕਿ ਅਸੀਂ ਜਿੱਤ ਗਏ। ਤਾਂ ਉਹ ਜਿਹੜਾ ਹੈਗਾ ਸੀਗਾ ਪਰਸ਼ੀਅਨ ਦੇ ਨਾਲ ਲੜਾਈ ਹੋ ਰਹੀ ਸੀ ਉਹਨਾਂ ਦੀ, ਗ੍ਰੀਕਸ ਦੀ। ਤਾਂ ਇਹ ਦੱਸਣ ਲਈ ਉਹ 42 ਕਿਲੋਮੀਟਰ ਭੱਜ ਕੇ ਆਇਆ ਕਿ ਅਸੀਂ ਜੰਗ ਹੈ ਜਿਹੜੀ ਉਹ ਜਿੱਤ ਚੁੱਕੇ ਹਾਂ। ਤਾਂ ਉਹ ਬੰਦਾ ਉੱਥੇ ਕਹਿੰਦੇ ਨੇ ਕਿ ਆ ਕੇ ਦਮ ਤੋੜ ਗਿਆ ਸੀ। ਤਾਂ ਉਹਦੀ ਯਾਦ ਦੇ ਵਿੱਚ ਇਹ ਰੇਸ ਹੈ ਜਿਹੜੀ ਮੈਰਾਥਨ ਸਟਾਰਟ ਕਰਾਈ ਗਈ ਸੀ, ਜਿਹੜੇ ਕਿ ਇੱਕ ਵਿਕਟਰੀ ਦਾ ਸਾਈਨ ਲੈ ਕੇ ਬੰਦਾ ਉਹ ਪਹੁੰਚਿਆ ਸੀਗਾ। 1896 ਦੇ ਵਿੱਚ ਵੀ ਕਰਵਾਈ ਜਾਂਦੀ ਹੈ, ਪਰ ਆਪਾਂ ਗੱਲ ਕਰ ਚੁੱਕੇ ਹਾਂ ਕਿ ਜਿਹੜਾ ਇਹ ਸਟੈਂਡਰਡਾਈਜ਼ ਡਿਸਟੈਂਸ ਹੈ 1921 ਦੇ ਵਿੱਚ ਫਾਈਨਲਾਈਜ਼ ਕੀਤਾ ਜਾਂਦਾ ਅਤੇ ਪਹਿਲੀ ਵਾਰ 1924 ਦੀਆਂ ਓਲੰਪਿਕਸ ਦੇ ਵਿੱਚ ਇਹ ਖੇਡਿਆ ਜਾਂਦਾ। ਅੱਗੇ ਓਲੰਪਿਕ ਫਲੈਗ ਦੀ ਗੱਲ ਕਰ ਚੁੱਕੇ ਹਾਂ ਜੀ। 1913 ਦੇ ਵਿੱਚ ਇਹ ਬੈਰਨ ਡੀ ਕੁਬਰਟਨ ਨੇ ਡਿਜ਼ਾਈਨ ਕੀਤਾ ਸੀ। 5 ਇੰਟਰਲੋਕਡ ਰਿੰਗਸ ਹੈਗੇ ਨੇ, ਪਿੱਛੇ ਵਾਈਟ ਜਿਹੜਾ ਕਲਰ ਦਾ ਕੱਪੜਾ ਲੱਗਿਆ ਹੁੰਦਾ, ਵਾਈਟ ਕਲਰ ਦਾ ਬੈਕਗਰਾਊਂਡ ਹੈ ਜਿਹੜਾ ਪਿੱਛੇ ਲੱਗਿਆ ਹੁੰਦਾ। ਮੋਟੋ ਸੀਟੀਅਸ ਅਲਟੀਅਸ ਫੋਰਟੀਅਸ ਸੀਗਾ ਜਿਹੜਾ ਕਿ ਹੈਨਰੀ ਡਿਡਨ ਨੇ ਕੁਆਇਨ ਕੀਤਾ ਸੀਗਾ। ਅਤੇ ਆਈਡੀਆ ਜਿਹੜਾ ਅੱਗੇ ਲੈ ਕੇ ਆਏ ਸੀ ਉਹ ਕੁਬਰਟਨ ਹੀ ਲੈ ਕੇ ਆਏ ਸੀ। ਅਤੇ ਬਾਅਦ ਦੇ ਵਿੱਚ ਇਹਦਾ ਜਿਹੜਾ ਲੇਟੈਸਟ ਵਰਡ ਐਡ ਕੀਤਾ ਗਿਆ ਉਹ ਕੀਤਾ ਗਿਆ ਜੀ ਕਮਿਊਨੇਟਰ, ਜਿਹਦਾ ਮਤਲਬ ਹੈਗਾ ਟੂਗੈਦਰ। ਫਲੈਗ 1920 ਦੀ ਐਂਟਵਰਪ ਦੇ ਵਿੱਚ ਆਉਂਦਾ ਜੀ। ਓਲੰਪਿਕ ਓਥ ਵੀ ਮੇਰਾ ਖਿਆਲ ਹੈ ਐਂਟਵਰਪ ਦੇ ਵਿੱਚ ਹੀ ਆਉਂਦੀ ਹੈ। ਕਲੋਜ਼ਿੰਗ ਸੈਰਾਮਨੀ ਐਂਟਵਰਪ ਦੇ ਵਿੱਚ ਆਉਂਦੀ ਹੈ। ਅੱਗੇ ਜੀ ਕੌਂਟੀਨੈਂਟ ਰੀਪ੍ਰਜੈਂਟ ਕਿਹੜੇ ਕਿਹੜੇ ਕੀਤੇ ਗਏ ਨੇ, ਇਹ ਤੁਸੀਂ ਦੇਖ ਸਕਦੇ ਹੋ। ਓਲੰਪਿਕ ਵਰਡ ਬਲੂ ਫॉर ਯੂਰਪ ਹੈਗਾ, ਯੈਲੋ ਫॉर ਏਸ਼ੀਆ, ਬਲੈਕ ਫॉर ਅਫਰੀਕਾ, ਗ੍ਰੀਨ ਫॉर ਓਸ਼ੀਨੀਆ ਐਂਡ ਰੈੱਡ ਫॉर ਅਮੈਰੀਕਨਸ ਹੈਗਾ। ਰੈੱਡ ਇੰਡੀਅਨ ਵੀ ਅਮੈਰੀਕਨ ਦੇ ਲੋਕਾਂ ਨੂੰ, ਜਿਹੜੇ ਨੇਟਿਵ ਲੋਕ ਸੀ ਉਹਨਾਂ ਨੂੰ ਕਿਹਾ ਜਾਂਦਾ। ਤਾਂ ਇਹ 5 ਕੌਂਟੀਨੈਂਟਸ ਨੂੰ ਰੀਪ੍ਰਜੈਂਟ ਕਰਦੇ ਨੇ। ਤਾਂ ਉਹਨਾਂ ਦੀ ਯੂਨਿਟੀ ਦੀ ਗੱਲ ਕਰਦੇ ਨੇ ਜੀ।
ਤਾਂ ਅੱਗੇ ਹੈ ਓਲੰਪਿਕ ਫਲੈਗ ਹੈ ਜਿਹੜਾ ਉਹ ਜਦੋਂ ਓਲੰਪਿਕ ਖੇਡਾਂ ਖਤਮ ਹੁੰਦੀਆਂ ਨੇ ਅਤੇ ਜਿਹੜੀ ਅਗਲੇ ਸ਼ਹਿਰ ਦੇ ਵਿੱਚ ਹੁੰਦੀਆਂ ਨੇ ਉਹਨਾਂ ਨੂੰ ਹੈਂਡਓਵਰ ਕੀਤਾ ਜਾਂਦਾ ਹੈ ਜੀ। ਅੱਗੇ ਇਹਦਾ ਇੱਕ ਪ੍ਰੋਟੋਕੋਲ ਹੈਗਾ ਜੀ, ਸਭ ਤੋਂ ਪਹਿਲਾਂ ਜਿਹੜਾ ਇਹ ਓਲੰਪਿਕ ਫਲੈਗ ਚੜ੍ਹਾਇਆ ਜਾਂਦਾ ਅਤੇ ਸਭ ਤੋਂ ਬਾਅਦ ਦੇ ਵਿੱਚ ਓਲੰਪਿਕ ਫਲੈਗ ਜਿਹੜਾ ਉਤਾਰਿਆ ਜਾਂਦਾ ਅਤੇ ਜਿੰਨੇ ਦਿਨ ਇਹ ਓਲੰਪਿਕ ਗੇਮਸ ਚੱਲਦੀਆਂ ਨੇ ਉਨੇ ਦਿਨ ਹੀ ਇਹ ਫਲੈਗ ਆ ਜਿਹੜਾ ਹੈੱਡਕੁਆਟਰ ਦੇ ਉੱਪਰ ਵੀ ਚੜ੍ਹਿਆ ਜਾਂਦਾ ਹੈ। ਅੱਜ ਕੱਲ੍ਹ ਜਿਹੜਾ ਇਹ ਓਲੰਪਿਕ ਖੇਡਾਂ ਦੀ ਡਿਊਰੇਸ਼ਨ ਹੈ ਉਹ 16 ਡੇਜ਼ ਹੈ ਜਿਹੜੀ ਉਹ ਫਿਕਸ ਕੀਤੀ ਗਈ ਹੈ, ਬਾਕੀ ਇੱਕ ਵਾਰ ਕ੍ਰੋਸ ਚੈੱਕ ਵੀ ਕਰ ਲਿਓ। ਅੱਗੇ ਆ ਗਿਆ ਜੀ ਓਲੰਪਿਕ ਫਲੇਮ ਦੀ ਗੱਲ ਕੀਤੀ ਸੀ 1928 ਦੇ ਵਿੱਚ ਇੰਟਰੋਡਿਊਸ ਕੀਤੀ ਸੀ, ਕਾਰਲ ਡੀਐਮ ਦਾ ਆਈਡੀਆ ਹੈਗਾ ਸੀਗਾ। ਉਸ ਤੋਂ ਬਾਅਦ ਜੀ ਇਹ ਜਿਹੜਾ ਹੈਗਾ ਸੀ 1928 ਦੇ ਵਿੱਚ ਆਪਾਂ ਗੱਲ ਕਰ ਹੀ ਚੁੱਕੇ ਹਾਂ। ਉਸ ਤੋਂ ਬਾਅਦ ਰਿਲੇ ਜਿਹੜੀ ਹੈਗੀ 1936 ਹਿਟਲਰ ਵਾਲੀਆਂ ਜਿਹੜੀਆਂ ਓਲੰਪਿਕ ਸੀ ਉਹਦੇ ਵਿੱਚ ਰਿਲੇ ਹੈ ਜਿਹੜੀ ਟਾਰਚ ਰੈਲੀ ਜਿਹਨੂੰ ਕਹਿ ਦਿੰਦੇ ਆ, ਜਿਹੜੇ 4 ਐਥਲੀਟ ਲਿਆ ਕੇ ਭੱਜਦੇ ਨੇ ਹੈ ਨਾ, ਪਹਿਲਾਂ ਇੱਕ ਐਥਲੀਟ ਭੱਜਦਾ, ਫਿਰ ਦੂਸਰਾ, ਤੀਸਰਾ, ਚੌਥਾ, 4 ਐਥਲੀਟ ਜਿਹੜੇ ਟਾਰਚ ਰਿਲੇ ਲੈ ਕੇ ਭੱਜਦੇ ਨੇ, ਤਾਂ ਇਹ 1936 ਦੇ ਵਿੱਚ ਇੰਟਰੋਡਿਊਸ ਹੋਇਆ ਸੀ। ਮੈਡਲ ਦੀ ਗੱਲ ਕਰ ਚੁੱਕੇ ਹਾਂ ਜੀ, ਮੈਡਲ ਫਸਟ, ਸੈਕਿੰਡ ਅਤੇ ਥਰਡ ਨੂੰ ਦਿੱਤੇ ਜਾਂਦੇ ਨੇ ਹੈ ਨਾ, ਤਾਂ 1904 ਦੇ ਵਿੱਚ ਪਹਿਲੀ ਵਾਰ ਦਿੱਤੇ ਗਏ, ਓਰੀਜਨਲ ਮੈਡਲ ਦਿੱਤੇ ਗਏ ਸੀਗੇ, ਆਖਰੀ ਵਾਰ ਹੀ ਓਰੀਜਨਲ ਦਿੱਤੇ ਗਏ ਸੀ। ਉਸ ਤੋਂ ਬਾਅਦ ਸਿਲਵਰ ਵਾਲੇ ਨੇ ਜਿਹੜੇ ਉਹਨਾਂ ਦੇ ਉੱਪਰ ਕੋਡਿੰਗ ਕੀਤੀ ਹੁੰਦੀ ਹੈ ਤਾਂ ਉਹ ਜਿਹੜੇ ਨੇ ਇੰਟਰੋਡਿਊਸ ਕੀਤੇ ਗਏ 1908 ਦੇ ਵਿੱਚ। ਤਾਂ ਅੱਜ ਕੱਲ੍ਹ ਜਿਹੜਾ 6 ਗ੍ਰਾਮ ਗੋਲਡ ਹੁੰਦਾ, ਬਾਕੀ ਉਹਦੇ ਵਿੱਚ ਸਿਲਵਰ ਹੈ ਜਿਹੜਾ ਉਹ ਲੱਗਿਆ ਹੁੰਦਾ। ਅੱਗੇ ਗੱਲ ਕਰ ਲਈਏ ਜੀ, ਪਹਿਲੇ 3 ਪੋਜੀਸ਼ਨ ਵਾਲੇ ਨੂੰ ਮੈਡਲ ਮਿਲਦੇ ਨੇ, ਪਰ ਜਿਹੜੇ ਪਹਿਲੇ 8 ਤੱਕ ਆਉਂਦੇ ਨੇ ਉਹਨਾਂ ਨੂੰ ਡਿਪਲੋਮਾਸ ਦਿੱਤੇ ਜਾਂਦੇ ਨੇ ਜੀ। ਉਹਨਾਂ ਦੀ ਜਿਹੜੀ ਅਚੀਵਮੈਂਟ ਉਹਦੀ ਉਹਨੂੰ ਰਿਕੋਗਨਾਈਜ਼ ਕੀਤਾ ਜਾਂਦਾ ਪਹਿਲੇ 8 ਦੇ ਨੂੰ। ਉਸ ਤੋਂ ਬਾਅਦ ਜਿਹੜੇ ਓਲੰਪਿਕ ਰਿਕਾਰਡ ਨੇ ਉਹ ਸੈੱਟ ਕਰਦੇ ਨੇ, ਉਹਨਾਂ ਲਈ ਵੀ ਵੱਖਰੇ ਜਿਹੜੇ ਸਰਟੀਫਿਕੇਟ ਨੇ ਉਹ ਜਾਰੀ ਕੀਤੇ ਜਾਂਦੇ ਨੇ। ਉਸ ਤੋਂ ਬਾਅਦ ਮੋਸਟ ਵੈਲਿਊਏਬਲ ਪਲੇਅਰ ਹੈ ਜਿਹੜਾ ਉਹ ਵੀ ਇੱਕ ਅਵਾਰਡ ਹੈ ਜਿਹੜਾ ਦਿੱਤਾ ਜਾਂਦਾ। ਫੇਅਰ ਪਲੇ ਅਵਾਰਡ ਦੇ ਤੌਰ 'ਤੇ ਬੈਰਨ ਡੀ ਕੋਵਰਟਨ ਮੈਡਲ ਹੈ ਜਿਹੜਾ ਐਥਲੀਟਸ ਨੂੰ ਉਹ ਦਿੱਤਾ ਜਾਂਦਾ ਜੀ। ਸਭ ਤੋਂ ਜਿਹੜਾ ਹਾਈਐਸਟ ਆਨਰ ਹੈਗਾ ਉਹ ਹੈਗਾ ਜੀ ਓਲੰਪਿਕ ਆਰਡਰ ਅਵਾਰਡ ਕੀਤਾ ਜਾਂਦਾ IOC ਦੇ ਦੁਆਰਾ ਉਹਨਾਂ ਨੂੰ ਜਿਨ੍ਹਾਂ ਨੇ ਓਲੰਪਿਕ ਖੇਡਾਂ ਨੂੰ ਉੱਚਾ ਚੁੱਕਣ ਦੇ ਵਿੱਚ ਜਾਂ ਵਧੀਆ ਤਰੀਕੇ ਨਾਲ ਕੰਡਕਟ ਕਰਾਉਣ ਵਿੱਚ ਕਿਸੇ ਵੀ ਤਰ੍ਹਾਂ ਨਾਲ ਓਲੰਪਿਕ ਮੂਵਮੈਂਟ ਦੇ ਵਿੱਚ ਯੋਗਦਾਨ ਪਾਇਆ ਹੋਵੇ ਤਾਂ ਉਹਨਾਂ ਨੂੰ ਦਿੱਤਾ ਜਾਂਦਾ ਜੀ। ਇਹ ਅੱਗੇ ਗੱਲ ਕਰ ਲਈ ਅਸੀਂ ਮੈਡਲ ਟੈਲੀ ਦੀ ਜੀ। ਮੈਡਲ ਟੈਲੀ ਦੀ ਗੱਲ ਕਰੀਏ, ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਨੋਰਮਨ ਪਿਚਾਰਡ ਸੀਗੇ ਜਿਹੜੇ ਇਹਨਾਂ ਨੇ 200 ਮੀਟਰ ਰੇਸ ਦੇ ਵਿੱਚ ਸਿਲਵਰ ਮੈਡਲ ਲਿਆ। ਉਸ ਤੋਂ ਬਾਅਦ ਹਰਡਲ 200 ਮੀਟਰ ਦੇ ਵਿੱਚ ਵੀ ਸਿਲਵਰ ਮੈਡਲ ਲਿਆ। ਅੱਗੇ ਇੰਡੀਆ ਦੀ ਹਾਕੀ ਦਾ ਦੌਰ ਹੈ ਜਿਹੜਾ ਸ਼ੁਰੂ ਹੁੰਦਾ ਜੀ 1928, 32, 36, 48 ਇਹਦੇ ਵਿੱਚ ਇੰਡੀਆ ਦਾ ਗੋਲਡ ਮੈਡਲ ਆਉਂਦਾ ਅਤੇ ਉਸ ਤੋਂ ਬਾਅਦ KD ਯਾਦਵ ਨੇ ਜਿਹੜੇ ਉਹ ਬ੍ਰਾਊਨਜ਼ ਮੈਡਲ ਲੈ ਕੇ ਆਉਂਦੇ ਨੇ ਬੈਂਟਮ ਵੇਟ ਰੈਸਲਿੰਗ ਦੇ ਵਿੱਚ ਹੈਲਸਿੰਕੀ 1952 ਦੇ ਵਿੱਚ। ਫੇਰ ਹਾਕੀ ਦੀ ਟੀਮ ਗੋਲਡ ਲੈ ਕੇ ਆਉਂਦੀ ਹੈ, 60 ਦੇ ਵਿੱਚ ਸਿਲਵਰ ਆਉਂਦਾ ਜੀ, 64 ਦੇ ਵਿੱਚ ਫੇਰ ਗੋਲਡ ਆਉਂਦਾ, 68 ਦੇ ਵਿੱਚ ਫਿਰ ਬ੍ਰੌਂਜ਼ ਆਉਂਦਾ ਜੀ, 72 'ਚ ਫੇਰ ਬ੍ਰੌਂਜ਼ ਆਉਂਦਾ, ਦੁਬਾਰੇ ਫਿਰ 80 'ਚ ਅਸੀਂ ਗੋਲਡ ਮੈਡਲ ਤੱਕ ਪਹੁੰਚਦੇ ਹਾਂ। 96 ਦੀ ਓਲੰਪਿਕ ਦੇ ਵਿੱਚ ਫਿਰ ਲਿਐਂਡਰ ਪੇਸ ਨੇ ਜਿਹੜੇ ਉਹ ਟੈਨਿਸ ਦੇ ਵਿੱਚ ਬ੍ਰੌਂਜ਼ ਮੈਡਲ ਲੈ ਕੇ ਆਉਂਦੇ ਨੇ। ਉਸ ਤੋਂ ਬਾਅਦ 2000 ਜਿਹੜੀਆਂ ਸਿਡਨੀ ਓਲੰਪਿਕ ਸੀ ਉਹਨਾਂ ਦੇ ਵਿੱਚ ਕਰਨਮ ਬਲੇਸਵਰੀ ਬ੍ਰਾਊਨਜ਼ ਮੈਡਲ ਲੈ ਕੇ ਆਉਂਦੀ ਹੈ। ਰਾਜਿਆਵਰਧਨ ਸਿੰਘ ਰਾਠੌਰ 2004 ਦੀਆਂ ਐਥਨਜ਼ ਓਲੰਪਿਕ ਦੇ ਵਿੱਚ ਸਿਲਵਰ ਮੈਡਲ ਲੈ ਕੇ ਆਉਂਦੇ ਨੇ। ਅਭਿਨਵ ਬਿੰਦਰਾ ਗੋਲਡ ਮੈਡਲ ਲੈ ਕੇ ਆਉਂਦੇ ਨੇ 10 ਮੀਟਰ ਏਅਰ ਰਾਈਫਲ ਸ਼ੂਟਿੰਗ ਦੇ ਵਿੱਚ ਬੀਜਿੰਗ ਦੇ ਵਿੱਚ ਹੀ। ਫਿਰ ਵਿਜੇਂਦਰ ਸਿੰਘ ਅਤੇ ਸੁਸ਼ੀਲ ਕੁਮਾਰ ਬ੍ਰੌਂਜ਼ ਮੈਡਲ ਲੈਂਦੇ ਨੇ ਦੋਨੇ। ਵਿਜੇਂਦਰ ਕੁਮਾਰ ਬਾਕਸਿੰਗ ਦੇ ਵਿੱਚ ਲੈ ਕੇ ਆਉਂਦੇ ਨੇ ਅਤੇ ਇਹ ਰੈਸਲਿੰਗ ਦੇ ਵਿੱਚ ਲੈ ਕੇ ਆਉਂਦੇ ਨੇ। ਲੰਡਨ ਓਲੰਪਿਕ ਦੀ ਗੱਲ ਕਰ ਲਈਏ, ਸੁਸ਼ੀਲ ਕੁਮਾਰ ਬ੍ਰੌਂਜ਼ ਮੈਡਲ ਨੂੰ ਆਪਣੇ ਨੂੰ ਸਿਲਵਰ ਮੈਡਲ 'ਚ ਕਨਵਰਟ ਕਰਦੇ ਨੇ। ਵਿਜੇ ਕੁਮਾਰ ਫਿਰ ਸਿਲਵਰ ਮੈਡਲ ਲੈਂਦੇ ਨੇ ਪਿਸਟਲ ਸ਼ੂਟਿੰਗ ਦੇ ਵਿੱਚ। ਇੱਥੇ ਹੀ ਸਾਇਨਾ ਨੇਹਵਾਲ ਨੇ ਜਿਹੜੇ ਉਹ ਬ੍ਰੌਂਜ਼ ਮੈਡਲ ਲੈਂਦੇ ਨੇ ਬੈਡਮਿੰਟਨ ਦੇ ਵਿੱਚ। ਮੈਰੀ ਕੋਮ ਬਾਕਸਿੰਗ ਦੇ ਵਿੱਚ ਲੈਂਦੇ ਨੇ ਜੀ ਮੈਡਲ ਬ੍ਰੌਂਜ਼। ਉਸ ਤੋਂ ਬਾਅਦ ਯੋਗੇਸ਼ਵਰ ਦੱਤ ਦਾ ਇਹਨਾਂ ਲੰਡਨ ਓਲੰਪਿਕਸ ਬ੍ਰੌਂਜ਼ ਮੈਡਲ ਰੈਸਲਿੰਗ 'ਚੋਂ ਲੈਂਦੇ ਨੇ ਅਤੇ ਗਗਨ ਨਾਰੰਗ ਨੇ ਜਿਹੜੇ ਉਹ ਬ੍ਰੌਂਜ਼ ਮੈਡਲ ਲੈਂਦੇ ਨੇ 10 ਮੀਟਰ ਏਅਰ ਰਾਈਫਲ ਸ਼ੂਟਿੰਗ ਦੇ ਵਿੱਚ। ਫਿਰ 2016 ਦੀ ਰੀਡੀਓ ਜਨੇਰੇ ਓਲੰਪਿਕਸ ਆਉਂਦੀ ਹੈ, ਇਹਦੇ ਵਿੱਚ PV ਸਿੰਧੂ ਸਿਲਵਰ ਮੈਡਲ ਲੈਂਦੇ ਨੇ ਜੀ ਅਤੇ ਸਾਕਸ਼ੀ ਮਲਿਕ ਦਾ ਬ੍ਰੌਂਜ਼ ਮੈਡਲ ਆਉਂਦਾ ਰੈਸਲਿੰਗ ਦੇ ਵਿੱਚ। 2020 ਵਾਲੀਆਂ ਟੋਕੀਓ ਓਲੰਪਿਕਸ ਆਉਂਦੀਆਂ ਨੇ, ਮੀਰਾਬਾਈ ਚਾਨੂ ਦਾ ਸਿਲਵਰ ਮੈਡਲ ਆਉਂਦਾ ਜੀ, ਇਸ ਦੇ ਵਿੱਚ ਲੋਵਲੀਨਾ ਦਾ ਬ੍ਰਾਊਨਜ਼ ਮੈਡਲ ਆਉਂਦਾ ਬਾਕਸਿੰਗ ਦੇ ਵਿੱਚੋਂ, PV ਸਿੰਧੂ ਦਾ ਬ੍ਰਾਊਨਜ਼ ਮੈਡਲ ਆਉਂਦਾ ਜੀ। ਬੈਡਮਿੰਟਨ ਦੇ ਵਿੱਚੋਂ ਰਵੀ ਕੁਮਾਰ ਦਹੀਆ ਦਾ ਆਉਂਦਾ, ਰੈਸਲਿੰਗ ਦੇ ਵਿੱਚੋਂ ਇੰਡੀਅਨ ਹਾਕੀ ਟੀਮ ਦੁਬਾਰੇ ਫਿਰ 1980 ਤੋਂ ਬਾਅਦ ਮੈਡਲ ਲੈ ਕੇ ਆਉਂਦੀ ਹੈ ਜੀ ਬ੍ਰਾਊਨਜ਼ ਮੈਡਲ। ਬਜਰੰਗ ਪੂਨੀਆ ਜਿਹੜਾ ਉਹਦਾ ਬ੍ਰਾਊਨਜ਼ ਮੈਡਲ ਆਉਂਦਾ ਰੈਸਲਿੰਗ ਦੇ ਵਿੱਚੋਂ। ਸਭ ਤੋਂ ਵੱਡੀ ਹਿਸਟਰੀ ਸਿਰਜੀ ਜਾਂਦੀ ਹੈ ਨੀਰਜ ਚੋਪੜਾ ਦੇ ਦੁਆਰਾ ਜਿਹੜੇ ਗੋਲਡ ਮੈਡਲ ਸਿਕਿਉਰ ਕਰਦੇ ਨੇ ਜੈਵਲਿਨ ਥਰੋ ਦੇ ਵਿੱਚੋਂ, ਐਥਲੈਟਿਕ ਦੇ ਵਿੱਚੋਂ ਇੰਡੀਆ ਦਾ ਪਹਿਲਾ ਗੋਲਡ ਮੈਡਲ। ਅੱਗੇ ਗੱਲ ਕਰ ਲਈਏ ਜੀ ਈਅਰ ਵਾਈਜ਼ ਕਿੰਨੇ ਮੈਡਲ ਨੇ ਜਿਹੜੇ ਇਸਨੇ ਸਿਕਿਉਰ ਕੀਤੇ। 1900 ਦੇ ਵਿੱਚ 2 ਮੈਡਲ ਆਉਂਦੇ ਨੇ। ਉਸ ਤੋਂ ਬਾਅਦ 28 ਤੋਂ ਬਾਅਦ ਇੱਕ ਮੈਡਲ ਚੱਲ ਰਿਹਾ ਜੀ। 1952 ਦੇ ਵਿੱਚ 2 ਮੈਡਲ ਆਉਂਦੇ ਨੇ, ਫਿਰ ਇੱਕ ਮੈਡਲ ਲਗਾਤਾਰ ਚੱਲ ਰਿਹਾ।
ਤਾਂ ਇਹ ਓਲੰਪਿਕਸ ਨੋਟ ਕਰ ਲਿਓ ਜਿਹਦੇ ਵਿੱਚ ਇੰਡੀਆ ਦਾ ਕੋਈ ਮੈਡਲ ਨਹੀਂ ਆਇਆ। ਕਈ ਵਾਰ ਇਹ ਵੀ ਪੁੱਛ ਲੈਂਦੇ ਨੇ ਕਿਹੜੀ ਓਲੰਪਿਕ ਦੇ ਵਿੱਚ ਕਿਹੜਾ ਮੈਡਲ ਦਿੱਤਾ ਗਿਆ। ਤਾਂ ਜ਼ਿਆਦਾ ਮੈਡਲ ਜਿਹੜੇ ਸਾਡੇ ਆਏ ਨੇ, ਪਹਿਲੀ ਵਾਰ 2008 ਦੇ ਵਿੱਚ 3 ਮੈਡਲ ਆਏ ਸੀਗੇ। ਸੁਸ਼ੀਲ ਕੁਮਾਰ, ਵਿਜੇਂਦਰ ਸਿੰਘ ਤੇ ਅਭਿਨਵ ਬਿੰਦਰਾ ਨੇ ਮੈਡਲ ਲਏ ਸੀ। 2012 ਦੇ ਵਿੱਚ 6 ਮੈਡਲ ਆਉਂਦੇ ਨੇ ਜੀ। 2016 'ਚ ਫੇਰ 2 ਰਹਿ ਜਾਂਦੇ ਨੇ ਅਤੇ ਉਸ ਤੋਂ ਬਾਅਦ 2020 ਦੇ ਵਿੱਚ ਅਸੀਂ 7 ਮੈਡਲ ਨੇ ਜਿਹੜੇ ਉਹ ਲੈਂਦੇ ਹਾਂ। ਤਾਂ ਟੋਟਲ ਸਾਡੇ ਕੋਲ ਹੁਣ ਮੈਡਲ ਨੇ ਜਿਹੜੇ ਉਹ ਹੈਗੇ ਨੇ ਜੀ 35। ਇਸ ਤੋਂ ਇਲਾਵਾ ਜਿਹੜੇ ਸਾਡੇ ਕੋਲ ਮੈਡਲ ਨੇ ਹੁਣ ਜੀ, ਟੋਟਲ ਗੋਲਡ ਮੈਡਲ ਸਾਡੇ ਕੋਲ 10 ਹੈਗੇ ਨੇ, ਸਿਲਵਰ ਮੈਡਲ ਸਾਡੇ ਕੋਲ 9 ਹੈਗੇ ਨੇ ਅਤੇ ਬਰੋਂਜ਼ ਮੈਡਲ ਸਾਡੇ ਕੋਲ 16 ਹੈਗੇ ਨੇ। ਤਾਂ ਕੁੱਲ ਮਿਲਾ ਕੇ ਸਾਡੇ ਕੋਲ ਕਿੰਨੇ ਮੈਡਲ ਨੇ ਜੀ? 35। ਇਸ ਤੋਂ ਇਲਾਵਾ ਜੇਕਰ ਗੇਮ ਵਾਈਜ਼ ਤੁਸੀਂ ਨੇ ਦੇਖਣੇ ਹੋਣ ਤਾਂ ਗੇਮ ਵਾਈਜ਼ ਸਾਡੇ ਕੋਲ ਹਾਕੀ ਦੇ ਵਿੱਚ ਜੀ 8 ਗੋਲਡ ਨੇ, 1 ਸਿਲਵਰ ਹੈ ਅਤੇ 3 ਬਰਾਊਨਜ਼। ਟੋਟਲ 12 ਮੈਡਲ ਇਕੱਲੀ ਹਾਕੀ 'ਚੋਂ ਨੇ। ਸ਼ੂਟਿੰਗ ਦੀ ਗੱਲ ਕਰ ਲਈਏ, 1 ਗੋਲਡ ਮੈਡਲ ਹੈਗਾ ਜੀ, 2 ਸਿਲਵਰ ਨੇ, 1 ਬਰਾਊਨਜ਼ ਹੈ, 4 ਮੈਡਲ ਸ਼ੂਟਿੰਗ ਦੇ ਵਿੱਚੋਂ ਨੇ। ਐਥਲੈਟਿਕ ਦੇ ਵਿੱਚੋਂ ਗੱਲ ਕਰ ਲਈਏ, 1 ਨੀਰਜ ਚੋਪੜਾ ਦਾ, 2 ਨੋਰਮਨ ਪ੍ਰਿਚਾਰਡ ਦੇ ਨੇ। ਟੋਟਲ 3 ਮੈਡਲ ਐਥਲੈਟਿਕਸ ਦੇ ਵਿੱਚੋਂ ਨੇ। ਰੈਸਲਿੰਗ ਦੀ ਗੱਲ ਕਰ ਲਈਏ ਜੀ, ਰੈਸਲਿੰਗ ਦੇ ਵਿੱਚੋਂ 2 ਸਿਲਵਰ, 5 ਬਰਾਊਨਜ਼, 7 ਮੈਡਲ ਨੇ। ਬੈਡਮਿੰਟਨ ਦੀ ਗੱਲ ਕਰ ਲਈਏ, 1 ਸਾਡੇ ਕੋਲ ਸਿਲਵਰ ਹੈਗਾ, 2 ਬਰਾਊਨਜ਼ ਹੈਗੇ ਨੇ, ਟੋਟਲ 3 ਮੈਡਲ ਨੇ। 1 ਸਿਲਵਰ ਹੈ ਜਿਹੜਾ ਉਹ ਸਾਡੇ ਕੋਲ PV ਸਿੰਧੂ ਦਾ, ਬਰਾਊਨਜ਼ PV ਸਿੰਧੂ ਅਤੇ ਸਾਇਨਾ ਨੇਹਵਾਲ ਦਾ। ਵੇਟ ਲਿਫਟਿੰਗ ਦੀ ਗੱਲ ਕਰ ਲਈਏ, 1 ਸਿਲਵਰ ਹੈਗਾ ਸਾਡੇ ਕੋਲ, 1 ਬਰਾਊਨਜ਼ ਮੈਡਲ, 2 ਹੈਗੇ ਨੇ ਜੀ। ਬਾਕਸਿੰਗ ਦੀ ਗੱਲ ਕਰ ਲਈਏ, 3 ਬਰਾਊਨਜ਼ ਮੈਡਲ ਹੈਗੇ ਨੇ। ਟੈਨਿਸ ਦੀ ਗੱਲ ਕਰ ਲਈਏ, ਸਾਡੇ ਕੋਲ 1 ਮੈਡਲ ਹੈਗਾ। ਇਸ ਤਰੀਕੇ ਨਾਲ 10 ਗੋਲਡ ਨੇ ਸਾਡੇ ਕੋਲ, 9 ਸਿਲਵਰ ਨੇ ਅਤੇ 16 ਬਰਾਊਨਜ਼ ਮੈਡਲ ਨੇ। ਟੋਟਲ 35 ਮੈਡਲ ਨੇ ਸਾਡੇ ਕੋਲ। ਤਾਂ ਦੋਸਤੋ, ਸਾਡੀ ਅੱਜ ਦੀ ਇਹ ਕਲਾਸ ਕਿਵੇਂ ਲੱਗੀ ਜੀ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਧੰਨਵਾਦ। ਅਗਲਾ ਲੈਕਚਰ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਅਗਲਾ ਲੈਕਚਰ ਅਸੀਂ ਕੋਸ਼ਿਸ਼ ਕਰਾਂਗੇ ਵਿੰਟਰ ਓਲੰਪਿਕਸ 'ਤੇ ਲੈਣ ਦਾ, ਅਤੇ ਕੋਸ਼ਿਸ਼ ਕਰਾਂਗੇ ਵਿੰਟਰ ਓਲੰਪਿਕਸ ਅਤੇ ਪੈਰਾ ਓਲੰਪਿਕਸ ਅਸੀਂ ਇੱਕੋ ਵੀਡੀਓ ਦੇ ਵਿੱਚ ਖਤਮ ਕਰ ਦਾਂਗੇ। ਅੱਜ ਲਈ ਇੰਨਾ ਹੀ ਦੋਸਤੋ, ਧੰਨਵਾਦ। ਕਮੈਂਟ ਕਰਕੇ ਜ਼ਰੂਰ ਦੱਸਿਓ।